ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ। ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੀ 5ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਰੇਨਬੋ, ਉਸ ਦਾ ਲੈਸਨ ਨੰਬਰ 6 ਬੈਂਕ ਅਵਰ ਨੀਡ, ਅਰਥਾਤ ਬੈਂਕ ਸਾਡੀ ਲੋੜ। ਇਸ ਲੈਸਨ ਦੀ ਬੱਚਿਓ ਅਸੀਂ ਰੀਡਿੰਗ ਤੇ ਉਹਦਾ ਤਰਜਮਾ, ਉਹਦਾ ਉਲਥਾ ਟਰਾਂਸਲੇਸ਼ਨ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਤੇ ਤੁਸੀਂ ਆਪਣੀ ਨੋਟਬੁੱਕ ਖੋਲ੍ਹ ਲਓ ਤੇ ਵੀਡੀਓ ਪੌਜ਼ ਕਰਕੇ ਜਿੱਥੇ ਲੋੜ ਪਵੇ ਜ਼ਰੂਰੀ ਗੱਲਾਂ ਨੋਟ ਕਰਦੇ ਜਾਣਾ ਹੈ। ਤੁਸੀਂ ਜਿਹੜੇ ਨਵੇਂ ਸ਼ਬਦ ਅੰਗਰੇਜ਼ੀ ਦੇ ਆਉਂਦੇ ਨੇ, ਜਿਹੜੀਆਂ ਗੱਲਾਂ ਕੋਈ ਨੁਕਤੇ ਦੱਸੇ ਜਾਂਦੇ ਨੇ, ਉਹਨਾਂ ਨੂੰ ਤੁਸੀਂ ਨਾਲ ਦੇ ਨਾਲ ਨੋਟ ਕਰੀ ਜਾਣਾ ਹੈ। ਸੋ ਆਓ ਸ਼ੁਰੂ ਕਰੀਏ। ਅਮਨਸ ਫਾਦਰ। ਅਮਨ ਬੇਟੇ ਦਾ ਇੱਕ ਨਾਂ ਹੈ, ਬੱਚਾ ਹੈ, ਏ ਪੋਸਟ੍ਰੋਫੀ ਹੈ, ਅਮਨ ਦੇ ਫਾਦਰ। ਠੀਕ ਹੈ, ਅਮਨਸ ਫਾਦਰ ਇਜ਼ ਹੈ ਗੋਇੰਗ। ਇਜ਼ ਗੋਇੰਗ ਮਤਲਬ ਕਿ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਦੀ ਗੱਲ ਹੋ ਰਹੀ ਹੈ। ਟੂ ਦੀ ਆਫਿਸ, ਆਫਿਸ ਬਣੇ ਦਫ਼ਤਰ, ਅਰਥਾਤ ਅਮਨ ਦੇ ਪਿਤਾ ਜੀ ਦਫ਼ਤਰ ਜਾ ਰਹੇ ਹਨ। ਇਹ ਸੀਨ ਹੈਗਾ ਘਰ ਦਾ। ਠੀਕ ਹੈ, ਹਿਜ਼ ਮਦਰ, ਅਰਥਾਤ ਇੱਧਰੋਂ ਪਤਾ ਲੱਗ ਗਿਆ ਕਿ ਅਮਨ ਮੁੰਡਾ ਹੈ, ਤਾਂ ਹੀ ਵਰਤਿਆ ਗਿਆ ਹਿਜ਼। ਠੀਕ ਹੈ, ਹਿਜ਼ ਮਦਰ ਉਹਦੇ ਮਾਤਾ ਜੀ, ਆਸਕ ਪੁੱਛਦੇ ਹਨ, ਹਿਜ਼ ਫਾਦਰ ਉਹਦੇ ਪਿਤਾ ਜੀ ਨੂੰ, ਟੂ ਪੇ ਦੀ ਇਲੈਕਟ੍ਰੀਸਿਟੀ ਬਿੱਲ। ਉਹਦੇ ਮਾਤਾ ਜੀ ਉਹਦੇ ਪਿਤਾ ਜੀ ਨੂੰ ਬਿਜਲੀ ਦਾ ਬਿੱਲ ਤਾਰਨ ਲਈ ਆਖਦੇ ਹਨ। ਠੀਕ ਹੈ, ਆਸਕ ਹਿਜ਼ ਫਾਦਰ ਟੂ ਪੇ ਦੀ ਇਲੈਕਟ੍ਰੀਸਿਟੀ ਬਿੱਲ। ਟੂ ਪੇ ਮੈਨੇ ਅਦਾ ਕਰਨਾ, ਤਾਰਨਾ, ਇਲੈਕਟ੍ਰੀਸਿਟੀ ਬਿਜਲੀ, ਤੇ ਇਲੈਕਟ੍ਰੀਸਿਟੀ ਬਿੱਲ ਮੈਨੇ ਬਿਜਲੀ ਦਾ ਬਿੱਲ। ਫਾਦਰ ਆਇਮ, ਹੁਣ ਇਹ ਬੱਚੇ ਇਹਦਾ ਮਤਲਬ ਇਹ ਸ਼ਾਰਟਕਟ ਹੈਗਾ, ਇਹਨੂੰ ਕਹਿੰਦੇ ਨੇ ਕੰਟਰੈਕਸ਼ਨ ਇੰਗਲਿਸ਼ ਵਿੱਚ। ਜੇ ਮੈਂ ਇਹਨੂੰ ਹਟਾ ਦੇਵਾਂ ਤੇ ਇੱਥੇ ਲੱਗ ਜਾਏਗਾ ਆਈ ਐਮ। ਇਹ ਦੋ ਸ਼ਬਦਾਂ ਦਾ ਇੱਕ ਜੋੜ ਕੀਤਾ ਗਿਆ ਆਇਮ, ਇਹਨੂੰ ਬੋਲਾਂਗੇ ਆਇਮ। ਤੇ ਜਿਹੜੇ ਲਿਖਾਂਗੇ, ਲਿਖਣ ਵਿੱਚ ਇਹਨੂੰ ਜੇ ਖੋਲ੍ਹਣਾ ਹੈ ਤੇ ਬਣ ਜਾਏਗਾ ਆਈ ਐਮ ਵੈਰੀ, ਬਹੁਤ ਬਿਜ਼ੀ, ਰੁੱਝਿਆ ਹੋਇਆ ਹਾਂ। ਮੈਂ ਬਹੁਤ ਰੁੱਝਿਆ ਹੋਇਆ ਹਾਂ, ਅਰਥਾਤ ਮੇਰੇ ਕੋਲ ਸਮਾਂ ਨਹੀਂ। ਆਈ ਹੈਵ ਆ ਮੀਟਿੰਗ ਟੁਡੇ, ਮੇਰੀ ਅੱਜ ਮੀਟਿੰਗ ਹੈ। ਇਹ ਕੌਣ ਕਹਿ ਰਿਹਾ? ਇਹ ਪਿਤਾ ਜੀ, ਅਮਨ ਦੇ ਪਿਤਾ ਜੀ ਅਮਨ ਦੇ ਮਾਤਾ ਜੀ ਨੂੰ ਕਹਿੰਦੇ ਨੇ ਇੱਦਾਂ, ਜਦੋਂ ਅਮਨ ਦੇ ਮਾਤਾ ਜੀ ਨੇ ਬਿੱਲ ਤਾਰਨ ਲਈ ਕਿਹਾ। ਠੀਕ ਹੈ, ਫਿਰ ਮਾਤਾ ਜੀ ਅੱਗੇ ਬੋਲਦੇ ਨੇ, ਟੁਡੇ ਇਜ਼ ਦੀ ਲਾਸਟ ਡੇਟ ਟੂ ਪੇ ਦਾ ਬਿੱਲ, ਅੱਜ ਬਿੱਲ ਤਾਰਨ ਦੀ ਆਖਰੀ ਮਿਤੀ ਹੈ। ਡੇਟ ਮੈਨੇ ਮਿਤੀ, ਲਾਸਟ ਮੈਨੇ ਆਖਰੀ, ਲਾਸਟ ਡੇਟ ਆਖਰੀ ਮਿਤੀ, ਸੋ ਆਖਰੀ ਮਿਤੀ ਵੀ ਆਖਰੀ ਦਿਨ ਹੈਗਾ, ਉਹ ਤੋਂ ਬਾਅਦ ਫਾਈਨ ਲੱਗ ਜਾਏਗਾ, ਹੈ ਨਾ, ਪੈਨਲਟੀ ਲੱਗੇਗੀ। ਤੇ ਟੁਡੇ ਮੈਨੇ ਅੱਜ, ਸੋ ਮਾਤਾ ਜੀ ਨੇ ਅਗਾਹ ਕੀਤਾ, ਕਹਿੰਦੇ ਅੱਜ ਬਿਜਲੀ ਬਿੱਲ ਤਾਰਨ ਦੀ ਆਖਰੀ ਮਿਤੀ ਹੈ, ਆਖਰੀ ਤਰੀਕ ਹੈ। ਫਿਰ ਫਾਦਰ ਨੇ ਜਵਾਬ ਦਿਆ, ਓਕੇ ਠੀਕ ਹੈ। ਆਈ ਵਿਲ ਟਰਾਈ, ਟਰਾਈ ਮੈਨੇ ਯਤਨ ਕਰਨਾ, ਵਿਲ ਮੈਨੇ ਭਵਿੱਖ ਦੀ ਗੱਲ ਹੈ, ਮੈਂ ਯਤਨ ਕਰਾਂਗਾ। ਠੀਕ ਹੈ, ਫਿਰ ਉਹ ਕੀ ਕਰਦੇ ਨੇ, ਨਾਲ ਨਾਲ ਬ੍ਰੈਕਟ ਵਿੱਚ ਲਿਖਿਆ ਆਫਟਰ ਯੂਜ਼ਿੰਗ ਹਿਜ਼ ਮੋਬਾਈਲ ਫੋਨ, ਅਰਥਾਤ ਪਿਤਾ ਜੀ ਨੇ ਆਪਣਾ ਮੋਬਾਈਲ ਫੋਨ ਕੱਢਿਆ, ਉਹਨੂੰ ਵਰਤਿਆ, ਤੇ ਨਾਲ ਕੀ ਬੋਲੇ, ਆਈ ਹੈਵ ਪੇਡ ਦਾ ਬਿੱਲ। ਆਈ ਹੈਵ ਪੇਡ, ਹੈਜ਼, ਹੈਵ, ਹੈਡ ਦੇ ਨਾਲ ਹਮੇਸ਼ਾ ਥਰਡ ਫਾਰਮ ਆਉਂਦੀ ਹੈ, ਪੇਡ। ਮੈਂ ਬਿੱਲ ਤਾਰ ਦਿੱਤਾ ਹੈ, ਮੈਂ ਬਿੱਲ ਅਦਾ ਕਰ ਦਿੱਤਾ ਹੈ। ਨਾਲ ਦੇ ਨਾਲ ਉਹਨਾਂ ਨੇ ਕਹਿਤਾ, ਜਦੋਂ ਉਹਦੇ ਮਾਤਾ ਜੀ ਨੇ ਕਿਹਾ ਅੱਜ ਬਿਜਲੀ ਦਾ ਬਿੱਲ ਤਾਰਨ ਦੀ ਆਖਰੀ ਤਰੀਕ ਹੈ, ਆਖਰੀ ਮਿਤੀ ਹੈ, ਤੇ ਉਹਨਾਂ ਨੇ ਮੋਬਾਈਲ ਫੋਨ ਕੱਢਿਆ ਤੇ ਕੁਝ ਦੇਰ ਬਾਅਦ ਕਿਹਾ, ਮੈਂ ਬਿੱਲ ਅਦਾ ਕਰ ਦਿੱਤਾ ਹੈ, ਮੈਂ ਬਿੱਲ ਤਾਰ ਦਿੱਤਾ ਹੈ। ਆਓ ਅੱਗੇ ਚਲੀਏ ਹੁਣ। ਓਕੇ, ਅਮਨ ਹੈਜ਼ ਬੀਨ ਵਾਚਿੰਗ ਆਲ ਦਿਸ। ਹੈਜ਼ ਬੀਨ ਮਤਲਬ ਕਿ ਉਹ ਕਾਫੀ ਦੇਰ ਤੋਂ ਦੇਖ ਰਿਹਾ। ਜਦੋਂ ਤੋਂ ਇਹ ਗੱਲ ਸ਼ੁਰੂ ਹੋਈ, ਜਦੋਂ ਅਮਨ ਦੇ ਪਿਤਾ ਜੀ ਜਾ ਰਹੇ ਨੇ ਦਫ਼ਤਰ, ਤੇ ਮਾਤਾ ਜੀ ਨੇ ਕਿਹਾ ਬਿੱਲ ਤਾਰਨਾ ਹੈ, ਤੇ ਅਮਨ ਇਹ ਸਭ ਦੇਖ ਰਿਹਾ ਤੇ ਸੁਣ ਰਿਹਾ। ਠੀਕ ਹੈ, ਅਮਨ ਹੈਜ਼ ਬੀਨ ਵਾਚਿੰਗ ਆਲ ਦਿਸ, ਇਹ ਸਾਰੀ ਜੋ ਗੱਲਬਾਤ ਹੋ ਰਹੀ ਹੈ, ਅਮਨ ਇਹ ਸਭ ਦੇਖ ਰਿਹਾ ਹੈ। ਠੀਕ ਹੈ, ਐਂਡ ਇਜ਼ ਵੈਰੀ ਕਿਊਰੀਅਸ। ਕਿਊਰੀਅਸ ਹੁੰਦਾ ਬੱਚਿਓ ਈਗਰ, ਜੇ ਦੂਜਾ ਸ਼ਬਦ ਲੈਣਾ ਹੋਵੇ ਅੰਗਰੇਜ਼ੀ ਦਾ ਤੇ ਈਗਰ, EAGER, ਈਗਰ, ਜਿਹਨੂੰ ਅਸੀਂ ਕਹਿੰਦੇ ਹਾਂ ਜਗਿਆਸੂ, ਉਤਸੁਕ, ਅਤੇ ਬੜੀ ਜਗਿਆਸਾ ਵਿੱਚ ਹੈ ਇਹ ਕੀ ਹੋ ਰਿਹਾ। ਵੀ ਪਿਤਾ ਜੀ ਨੇ ਮੋਬਾਈਲ ਫੋਨ ਕੱਢਿਆ ਤੇ ਕਿਹਾ ਜੀ ਮੈਂ ਬਿੱਲ ਦੇ ਦਿੱਤਾ ਹੈ। ਠੀਕ ਹੈ, ਐਂਡ ਕਿਊਰੀਅਸ ਟੂ ਨੋ, ਉਤਸੁਕ ਹੈ, ਜਗਿਆਸਾ ਵਿੱਚ ਹੈ, ਟੂ ਨੋ ਜਾਣਨ ਲਈ, ਹਾਊ ਹਿਜ਼ ਫਾਦਰ ਹੈਜ਼ ਪੇਡ ਦਾ ਬਿੱਲ,
ਇਹ ਜਾਣਨ ਲਈ ਕਿ ਉਸਦੇ ਪਿਤਾ ਜੀ ਨੇ ਬਿੱਲ ਕਿਵੇਂ ਤਾਰਿਆ। ਠੀਕ ਹੈ, ਹੁਣ ਉੱਤੇ ਮਨ 'ਚ ਕੋ ਉਤਸੁਕਤਾ ਜਾਗ ਗਈ ਹੈ, क्यूरियोसिटी ਹੋ ਗਈ ਹੈ, ਈਗਰਨੈਸ ਹੋ ਗਈ ਹੈ। ਠੀਕ ਹੈ। ਇਨ ਦੀ ਈਵਨਿੰਗ, ਆਥਣ ਵੇਲੇ, ਜਦੋਂ ਪਿਤਾ ਜੀ ਦਫ਼ਤਰ ਤੋਂ ਵਾਪਸ ਆਏ, ਘਰ ਆਏ, ਇਨ ਦਾ ਈਵਨਿੰਗ, ਆਥਣ ਵੇਲੇ, ਸ਼ਾਮਾਂ ਵੇਲੇ, ਹੀ ਆਸਕਸ ਹਿਸ ਫਾਦਰ, ਆਪਣੇ ਪਿਤਾ ਜੀ ਨੂੰ ਪੁੱਛਦਾ ਹੈ, ਅਬਾਊਟ ਇਟ, ਉਸ ਬਾਰੇ। ਉਹ ਆਪਣੇ ਪਿਤਾ ਜੀ ਕੋਲੋਂ ਇਸ ਬਾਰੇ ਪੁੱਛਦਾ ਹੈ। ਤੇ ਅਮਨ ਨੇ ਕਿੱਦਾਂ ਪੁੱਛਿਆ? ਅਮਨ ਕਹਿ ਰਿਹਾ ਹੁਣ, ਪਾਪਾ, ਪਿਤਾ ਜੀ, ਯੂ ਡਿਡ ਨਾਟ ਗੋ ਟੂ ਦੀ ਇਲੈਕਟ੍ਰੀਸਿਟੀ ਆਫਿਸ। ਹੁਣ ਦੇਖੋ, ਡਿਡ ਹੈਗਾ ਤੇ ਭੂਤਕਾਲ ਦੀ ਗੱਲ ਹੈ, ਤੇ ਡਿਡ ਦੇ ਨਾਲ ਫਸਟ ਫਾਰਮ ਹੈਗੀ ਗੋ। ਯੂ ਡਿਡ ਨਾਟ ਗੋ, ਤੁਸੀਂ ਨਹੀਂ ਗਏ ਕਿੱਥੇ? ਟੂ ਦੀ ਇਲੈਕਟ੍ਰੀਸਿਟੀ ਆਫਿਸ, ਤੁਸੀਂ ਬਿਜਲੀ ਦੇ ਦਫ਼ਤਰ ਨਹੀਂ ਗਏ। ਬਟ, ਪਰ, ਯੂ ਪੇਡ ਦਾ ਬਿੱਲ, ਪਰ ਤੁਸੀਂ ਬਿੱਲ ਤਾਰ ਦਿੱਤਾ ਤੇ ਬਿੱਲ ਦੇ ਦਿੱਤਾ। ਹਾਊ ਇਜ਼ ਇਟ ਪੋਸੀਬਲ, ਇਹ ਕਿਵੇਂ ਸੰਭਵ ਹੈ? ਇਹ ਕਿਵੇਂ ਮੁਮਕਿਨ ਹੈ? ਇਹ ਕਿਵੇਂ ਹੋ ਗਿਆ? ਉਹਦੇ ਮਨ 'ਚ ਉਤਸੁਕਤਾ ਸੀ ਨਾ, क्यूरियोसिटी ਸੀਗੀ, ਈਗਰਨੈਸ ਸੀਗੀ, ਜਗਿਆਸਾ ਸੀਗੀ। ਸੋ ਜਦੋਂ ਅਮਨ ਦੇ ਪਿਤਾ ਜੀ ਸ਼ਾਮੀ ਦਫ਼ਤਰ ਤੋਂ ਘਰ ਆਏ ਤੇ ਉਹਨੇ ਇਹ ਆਪਣੇ ਪਿਤਾ ਜੀ ਨੂੰ ਪੁੱਛ ਲਿਆ। ਹੁਣ ਦੇਖੋ ਉਹਦੇ ਪਿਤਾ ਜੀ ਕੀ ਕਹਿੰਦੇ ਨੇ। ਫਾਦਰ ਜਵਾਬ ਦਿੰਦੇ ਨੇ, ਆਈ ਪੇਡ ਦਾ ਬਿੱਲ, ਮੈਂ ਬਿੱਲ ਤਾਰਿਆ ਯੂਜ਼ਿੰਗ ਨੈਟ ਬੈਂਕਿੰਗ ਫੈਸਿਲਿਟੀ। ਨੈਟ ਮੈਨੇ ਬੱਚੇ ਉੱਥੇ ਹੈਗਾ ਇੰਟਰਨੈਟ, ਬੈਂਕ ਮੈਨੇ ਬੈਂਕਿੰਗ ਦੀ ਸਹੂਲਤ, ਫੈਸਿਲਿਟੀ ਦਾ ਹੁੰਦਾ ਹੈ ਸਹੂਲਤ। ਠੀਕ ਹੈ, ਮੈਂ ਨੈਟ ਬੈਂਕਿੰਗ ਦੀ ਸਹੂਲਤ ਰਾਹੀਂ ਬਿੱਲ ਤਾਰਿਆ, ਪਿਤਾ ਜੀ ਨੇ ਜਵਾਬ ਦਿੱਤਾ। ਹੁਣ ਅਗਲਾ ਸਵਾਲ ਆ ਗਿਆ, ਓ ਅੱਛਾ, ਉਹ ਅੱਛਾ, ਵਾਟ ਇਜ਼ ਨੈਟ ਬੈਂਕਿੰਗ ਫੈਸਿਲਿਟੀ। ਹੁਣ ਅਮਨ ਨੇ ਦੂਜਾ ਸਵਾਲ ਪਾਤਾ ਵੀ ਨੈਟ ਬੈਂਕਿੰਗ ਫੈਸਿਲਿਟੀ, ਨੈਟ ਬੈਂਕਿੰਗ ਦੀ ਸਹੂਲਤ ਕੀ ਹੁੰਦੀ ਹੈ? ਪਲੀਜ਼ ਟੈਲ ਮੀ, ਪਲੀਜ਼ ਮੈਨੇ ਕਿਰਪਾ ਕਰਕੇ, ਟੈਲ ਮੈਨੇ ਦੱਸੋ, ਮੀ ਮੈਨੇ ਮੈਨੂੰ, ਕਿਰਪਾ ਕਰਕੇ ਮੈਨੂੰ ਦੱਸੋ। ਫਿਰ ਫਾਦਰ ਨੇ ਕਿਹਾ ਓਕੇ ਲਿਸਨ, ਠੀਕ ਹੈ, ਓਕੇ ਨਾ, ਠੀਕ ਹੈ, ਲਿਸਨ, ਸੁਣ, ਠੀਕ ਹੈ, ਮੈਂ ਤੈਨੂੰ ਦੱਸਦਾ ਵੀ ਤੈਨੂੰ ਸੁਣ। ਆ ਬੈਂਕ ਇਜ਼ ਅ ਸੇਫ ਪਲੇਸ, ਪਲੇਸ ਮੈਨੇ ਥਾਂ, ਸੇਫ ਮੈਨੇ ਸੁਰੱਖਿਅਤ। ਬੈਂਕ ਇੱਕ ਸੁਰੱਖਿਅਤ ਥਾਂ ਹੈ, ਵੇਅਰ, ਜਿੱਥੇ, ਵੀ ਕੈਨ, ਵੀ ਮੈਨੇ ਅਸੀਂ, ਕੈਨ ਸੇਵ, ਬਚਾ ਸਕਦੇ ਹਾਂ, ਅਵਰ, ਸਾਡਾ, ਮਨੀ ਮੈਨੇ ਪੈਸਾ, ਜਿੱਥੇ ਅਸੀਂ ਆਪਣਾ ਪੈਸਾ ਬਚਤ ਲਈ ਰੱਖ ਸਕਦੇ ਹਾਂ। ਅਸੀਂ ਖਰਚਾ ਪਾਣੀ ਪੂਰਾ ਕਰ ਲਿਆ, ਪੈਸੇ ਬਚ ਗਏ, ਅਸੀਂ ਕੋਈ ਔਖੇ ਵੇਲੇ ਲਈ ਪੈਸੇ ਬਚਾ ਕੇ ਰੱਖਣੇ ਨੇ, ਕੋਈ ਘਰ ਦੀ ਰਿਪੇਅਰਿੰਗ ਕਰਨੀ ਉਹਦੇ ਲਈ ਰੱਖਣੇ ਨੇ, ਘਰ 'ਚ ਕੋਈ ਬੱਚਾ ਵੱਡਾ ਹੋ ਰਿਹਾ ਉਹਦੇ ਕਾਲਜ ਦੀ ਫੀਸ ਲਈ ਪੈਸੇ ਰੱਖਣੇ ਨੇ, ਜਾਂ ਕਿਸੇ ਹੋਰ ਕੰਮ ਕਰ ਲਈ ਅਸੀਂ ਪੈਸੇ ਔਖੇ ਵੇਲੇ ਲਈ ਬਚਾ ਕੇ ਰੱਖਣੇ ਨੇ। ਤੇ ਅਸੀਂ ਕਿੱਥੇ ਰੱਖਦੇ ਹਾਂ? ਕਿ ਉਹ ਕਹਿੰਦੇ ਬੈਂਕ ਇੱਕ ਸੁਰੱਖਿਅਤ ਥਾਂ ਹੈ, ਉੱਥੇ ਅਸੀਂ ਪੈਸਾ ਆਪਣਾ ਬਚਤ ਦੇ ਵਾਸਤੇ ਜਿਹੜਾ ਪੈਸਾ ਬਚਿਆ ਉਹ ਰੱਖ ਸਕਦੇ ਹਾਂ। ਇਹ ਪਿਤਾ ਜੀ ਨੇ ਗੱਲ ਕਹੀ। ਤੇ ਅੱਗੇ ਪਿਤਾ ਜੀ ਗੱਲ ਜਾਰੀ ਰੱਖਦੇ ਨੇ, ਕਹਿੰਦੇ ਇਟ ਰਿਸੀਵਸ, ਰਿਸੀਵਸ ਮੈਨੇ ਕਲੈਕਟ ਕਰਦਾ, ਲੈਂਦਾ, ਪ੍ਰਾਪਤ ਕਰਦਾ ਹੈ, ਕੌਣ? ਬੈਂਕ। ਮਨੀ ਫਰੋਮ ਦੋਜ਼, ਉਹਨਾਂ ਕੋਲੋਂ, ਫਰੋਮ ਮੈਨੇ ਕੋਲੋਂ, ਦੋਜ਼ ਮੈਨੇ ਉਹਨਾਂ ਕੋਲੋਂ, ਹੂ ਜਿਹੜੇ, ਵਾਂਟ ਟੂ ਸੇਵ ਇਟ, ਜਿਹੜੇ ਪੈਸੇ ਬਚਾਉਣਾ ਚਾਹੁੰਦੇ ਹਨ ਉਹਨਾਂ ਕੋਲੋਂ ਬੈਂਕ ਪੈਸੇ ਲੈਂਦਾ ਹੈ। ਇਹ ਮਤਲਬ ਬੈਂਕ ਉਹਨਾਂ ਕੋਲੋਂ ਪੈਸਾ ਲੈਂਦਾ ਹੈ ਜੋ ਬਚਤ ਕਰਨਾ ਚਾਹੁੰਦੇ ਹਨ, ਹੈ ਨਾ। ਐਂਡ ਲੈਂਡਸ ਮਨੀ, ਹੁਣ ਦੇਖੋ ਇਹ ਹੈਗਾ ਰਿਸੀਵਸ, ਇੱਥੇ ਲੈਂਡਸ। ਠੀਕ ਹੈ ਬੱਚੋ, ਹੁਣ ਕਿਉਂਕਿ ਇੱਕ ਵਚਨ ਦੀ ਗੱਲ ਹੈਗੀ ਹੈ, ਜਿੱਥੇ ਆਵੇ ਹੀ, ਸ਼ੀ ਤੇ ਇਟ ਤੇ ਪ੍ਰੈਜ਼ੈਂਟ ਟੈਂਸ ਹੋਵੇ ਉੱਥੇ ਵਰਬ ਦੇ ਨਾਲ ਐਸ ਲੱਗ ਜਾਂਦਾ, ਰਿਸੀਵਸ ਤੇ ਲੈਂਡਸ। ਹੁਣ ਲੈਂਡ ਮੈਨੇ ਹੁੰਦਾ ਬੱਚਿਓ ਕਰਜ਼ਾ ਦੇਣਾ, ਉਧਾਰ ਦੇਣਾ। ਐਂਡ ਲੈਂਡਸ ਮਨੀ, ਲੋਕਾਂ ਕੋਲੋਂ ਪੈਸੇ ਲੈਂਦਾ ਜਿਹੜੇ ਬਚਾਉਣਾ ਚਾਹੁੰਦੇ ਨੇ, ਤੇ ਬੈਂਕ ਉਹਨਾਂ ਨੂੰ ਪੈਸੇ ਕਰਜ਼ਾ ਦਿੰਦਾ ਹੈ, ਉਧਾਰ ਦਿੰਦਾ ਹੈ, ਔਨ ਇੰਟਰਸਟ, ਵਿਆਜ ਤੇ, ਇੰਟਰਸਟ ਹੁੰਦਾ ਵਿਆਜ। ਠੀਕ ਹੈ, ਟੂ ਦੋਜ਼, ਉਹਨਾਂ ਨੂੰ, ਹੂ ਨੀਡ ਇਟ, ਜਿਨ੍ਹਾਂ ਨੂੰ ਲੋੜ ਹੈ। ਹੁਣ ਦੇਖੋ ਮੈਨੂੰ ਪੈਸੇ ਦੀ ਲੋੜ ਨਹੀਂ ਹੈਗੀ, ਮੈਨੂੰ ਅੱਜ ਲੋੜ ਨਹੀਂ, ਮੈਨੂੰ 5 ਸਾਲ ਬਾਅਦ ਲੋੜ ਹੈਗੀ ਹੈ, ਮੈਂ ਪੈਸੇ ਬੈਂਕ ਵਿੱਚ ਰੱਖ ਦਿੱਤੇ। ਪਰ ਹਰ ਵੇਲੇ ਕੋਈ ਨਾ ਕੋਈ ਬੰਦਾ ਹੈ ਜਿਹਨੇ ਕਿਸੇ ਨੇ ਦੁਕਾਨ ਪਾਣੀ ਹੈ, ਕਿਸੇ ਨੇ ਨਵੀਂ ਖਾਦ ਲਾਣੀ ਹੈ, ਕਿਸੇ ਨੇ ਮੋਟਰਸਾਈਕਲ ਖਰੀਦਣਾ ਹੈ, ਕਿਸੇ ਨੇ ਫਰਿੱਜ ਖਰੀਦਣੀ ਹੈ, ਕਿਸੇ ਨੇ ਘਰ ਦੀ ਰਿਪੇਅਰ ਕਰਨੀ ਹੈ, ਅਤੇ ਉਹਦੇ ਕੋਲ ਪੈਸੇ ਨਹੀਂ ਹੈਗੇ। ਉਹ ਫਿਰ ਬੈਂਕ ਜਾ ਕੇ ਕੀ ਕਰਦਾ? ਬੈਂਕ ਕੋਲੋਂ ਕਰਜ਼ਾ ਲੈਂਦਾ। ਸੋ ਜਿਹੜੇ ਲੋਕਾਂ ਨੇ ਪੈਸੇ ਬਚਾਉਣੇ ਸੀਗੇ ਉਹ ਪੈਸੇ ਬੈਂਕ 'ਚ ਇਕੱਠੇ ਹੋ ਗਏ, ਅਤੇ ਫਿਰ ਜਿਹੜੇ ਲੋਕਾਂ ਨੂੰ ਲੋੜ ਸੀ ਉਹ ਬੈਂਕ ਗਏ ਅਤੇ ਬੈਂਕ ਨੇ ਉਹਨਾਂ ਨੂੰ ਉਸ 'ਤੇ ਵਿਆਜ ਦੇ ਉੱਤੇ ਪੈਸੇ ਉਧਾਰ ਦੇ ਦਿੱਤੇ। ਸੋ ਇਸ ਤਰ੍ਹਾਂ ਸਾਰਾ ਸਿਸਟਮ ਚੱਲਦਾ ਹੈ। ਠੀਕ ਹੈ। ਅਮਨ ਫਿਰ ਪੁੱਛਦਾ, ਅਮਨ ਅਗਲਾ ਸਵਾਲ ਪੁੱਛਦਾ, ਕੈਨ ਵੀ ਗੈਟ ਬੈਕ ਅਵਰ ਮਨੀ, ਵੀ ਜਿਹੜਾ ਪੈਸਾ ਅਸੀਂ ਬਚਤ ਲਈ ਬੈਂਕ 'ਚ ਰੱਖਿਆ
ਗੈਟ ਬੈਕ ਮੈਨੇ ਹੁੰਦਾ ਵਾਪਸ ਲੈਣਾ, ਵਾਪਸ ਪ੍ਰਾਪਤ ਕਰਨਾ। ਅਵਰ ਮੈਨੇ ਸਾਡਾ। ਕੀ ਅਸੀਂ ਆਪਣਾ ਪੈਸਾ ਵਾਪਸ ਲੈ ਸਕਦੇ ਹਾਂ? ਫਾਦਰ, ਪਿਤਾ ਜੀ ਨੇ ਜਵਾਬ ਦਿੱਤਾ, ਯੈਸ ਆਫ ਕੋਰਸ, ਹਾਂ ਬਿਲਕੁਲ। ਹੁਣ ਦੇਖੋ ਬੱਚੋ, ਅੰਗਰੇਜ਼ੀ ਦੀ ਥੋੜੀ ਗੱਲਾਂ ਤੁਸੀਂ ਨਾਲ ਨਾਲ ਸਿੱਖੀ ਜਾਓ, ਮੈਂ ਦੱਸੀ ਵੀ ਜਾ ਰਿਹਾ ਤੁਹਾਨੂੰ। ਰਿਸੀਵ ਮੈਨੇ ਪ੍ਰਾਪਤ ਕਰਨਾ, ਲੈਂਡ ਮੈਨੇ ਉਧਾਰ ਦੇਣਾ ਜਾਂ ਕਰਜ਼ਾ ਦੇਣਾ, ਹੈ ਨਾ, ਤੇ ਗੈਟ ਬੈਕ ਮੈਨੇ ਵਾਪਸ ਲੈਣਾ, ਤੇ ਆਫ ਕੋਰਸ ਦਾ ਉਹਨਾਂ ਦੇ ਬਿਲਕੁਲ। ਜਦੋਂ ਅਸੀਂ ਆਮ ਕਹਿੰਦੇ ਬਿਲਕੁਲ, ਹਾਂ ਬਿਲਕੁਲ। ਆਰ ਯੂ ਗੋਇੰਗ ਵਿਦ ਅਸ, ਤੂੰ ਸਾਡੇ ਨਾਲ ਜਾ ਰਿਹਾ ਹੈ? ਆਫ ਕੋਰਸ, ਬਿਲਕੁਲ ਮੈਂ ਜਾ ਰਿਹਾ ਹਾਂ। ਠੀਕ ਹੈ, ਸੋ ਜਦੋਂ ਇੱਦਾਂ ਬਿਲਕੁਲ ਕਹਿਣਾ ਹੋਵੇ ਤਾਂ ਅਸੀਂ ਕਹਿੰਦੇ ਹਾਂ ਆਫ ਕੋਰਸ। ਠੀਕ ਹੈ, ਯੈਸ ਆਫ ਕੋਰਸ, ਪੈਸੇ ਕਢਾ ਸਕਦੇ ਹਾਂ। ਇਟ ਡਿਪੈਂਡਸ ਅਪੋਨ, ਡਿਪੈਂਡ ਮੈਨੇ ਨਿਰਭਰ ਕਰਦਾ ਹੈ, ਦੇਖੋ ਫਿਰ ਆ ਗਿਆ ਇਟ ਤੇ ਡਿਪੈਂਡਸ। ਇਟ ਡਿਪੈਂਡਸ ਅਪੋਨ ਦੀ ਟਾਈਪ ਆਫ ਅਕਾਊਂਟ ਵੀ ਚੂਜ਼। ਇਹਦਾ ਮਤਲਬ ਇਹ ਹੋਇਆ ਕਿ ਬੈਂਕ ਵਿੱਚ ਕਈ ਕਿਸਮ ਦੇ ਅਕਾਊਂਟ ਹੁੰਦੇ ਨੇ, ਤੇ ਕਹਿੰਦੇ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਤੁਸੀਂ ਕਿਸ ਕਿਸਮ ਦਾ ਅਕਾਊਂਟ ਚੁਣਿਆ ਹੈ, ਕਿਸ ਕਿਸਮ ਦਾ ਅਕਾਊਂਟ ਖੋਲ੍ਹਿਆ ਹੈ, ਕਿਸ ਕਿਸਮ ਦਾ ਖਾਤਾ ਆਪਣਾ ਉੱਥੇ ਖੋਲ੍ਹਿਆ ਹੋਇਆ, ਲਿਆ ਹੋਇਆ। ਠੀਕ ਹੈ, ਇਹ ਨਿਰਭਰ ਕਰਦਾ ਹੈ, ਡਿਪੈਂਡ ਮੈਨੇ ਨਿਰਭਰ ਕਰਦਾ ਹੈ, ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਸ ਕਿਸਮ ਦਾ ਖਾਤਾ ਲਿਆ ਹੋਇਆ। ਹਰ ਖਾਤੇ ਦੀਆਂ ਆਪਣੀਆਂ ਆਪਣੀਆਂ ਸਹੂਲਤਾਂ ਨੇ, ਹਰ ਖਾਤੇ ਦੀਆਂ ਆਪਣੀਆਂ ਆਪਣੀਆਂ ਸ਼ਰਤਾਂ ਨੇ, ਤੇ ਹਰ ਖਾਤੇ ਦੀਆਂ ਆਪਣੀਆਂ ਆਪਣੀਆਂ ਉਹਦੀਆਂ ਫੀਸਾਂ ਨੇ, ਉਹਦੇ ਚਾਰजेस ਨੇ, ਉਹਦਾ ਵਿਆਜ ਹੈ। ਠੀਕ ਹੈ, ਆਓ ਅੱਗੇ ਚੱਲੀਏ। ਫਿਰ ਉਹ ਅੱਗੇ ਗੱਲ ਜਾਰੀ ਕਰਦੇ ਨੇ, ਦੱਸਦੇ ਨੇ, ਕਹਿੰਦੇ ਫਰੋਮ ਸੇਵਿੰਗ ਅਕਾਊਂਟ, ਜਿਹੜਾ ਅਸੀਂ ਬੱਚਿਓ ਆਮ ਤੌਰ ਤੇ ਪਰਿਵਾਰਾਂ ਦੇ ਲੋਕ ਖੋਲ੍ਹਦੇ ਨੇ। ਇੱਕ ਹੁੰਦਾ ਕਰੰਟ ਅਕਾਊਂਟ, ਉਹਦਾ ਇਸ ਲੈਸਨ ਵਿੱਚ ਜ਼ਿਕਰ ਨਹੀਂ ਹੈਗਾ। ਕਰੰਟ ਅਕਾਊਂਟ ਜ਼ਿਆਦਾਤਰ ਜਿਹੜੇ ਵਪਾਰੀ ਹੁੰਦੇ ਨੇ, ਜਿਨ੍ਹਾਂ ਨੇ ਰੋਜ਼ ਪੈਸਾ ਕੱਢਣਾ, ਰੋਜ਼ ਜਮ੍ਹਾਂ ਕਰਾਉਣਾ, ਇੱਦਾਂ ਦਾ ਕੰਮ ਹਰ ਵੇਲੇ ਚੱਲਦਾ ਰਹਿੰਦਾ ਹੈ, ਉਹ ਕਰੰਟ ਅਕਾਊਂਟ ਖੋਲ੍ਹਦੇ ਨੇ। ਸਾਡੇ ਵਰਗੇ ਬੰਦੇ ਜਿਹੜੇ ਕਦੀ ਕਦੀ ਬੈਂਕ ਜਾਣਾ ਹੈ, ਮਹੀਨੇ 'ਚ ਇੱਕ ਵਾਰ ਜਮ੍ਹਾਂ ਕਰਾਉਣਾ ਹੈ ਜਾਂ ਮਹੀਨੇ 'ਚ ਇੱਕ ਵਾਰ ਕਢਾਉਣਾ ਹੈ, ਉਹ ਜ਼ਿਆਦਾਤਰ ਸੇਵਿੰਗ ਅਕਾਊਂਟ ਖੋਲ੍ਹਦੇ ਨੇ। ਠੀਕ ਹੈ, ਕਹਿੰਦੇ ਫਰੋਮ ਸੇਵਿੰਗ ਅਕਾਊਂਟ, ਬਚਤ ਖਾਤੇ 'ਚੋਂ, ਇਹਨੂੰ ਕਿਹਾ ਜਾਂਦਾ ਹੈ ਸੇਵਿੰਗ ਅਕਾਊਂਟ ਨੂੰ ਅਸੀਂ ਪੰਜਾਬੀ 'ਚ ਕਹਿ ਦਿੰਦੇ ਹਾਂ ਬਚਤ ਖਾਤਾ। ਠੀਕ ਹੈ, ਵੀ ਕੈਨ ਵਿਦਡਰਾ, ਹੁਣ ਵਿਦਡਰਾ ਹੁੰਦਾ ਵੈਸੇ ਬੱਚੇ ਪੈਸੇ ਕਢਾਉਣੇ। ਠੀਕ ਹੈ, ਉਹਨੂੰ ਕਹਿੰਦੇ ਵਿਦਡਰਾ। ਜਦੋਂ ਪੈਸੇ ਕਢਾਉਣ ਦੀ ਗੱਲ ਹੋਵੇ ਅਸੀਂ ਕਹਿੰਦੇ ਹਾਂ ਪੈਸੇ ਕਢਾਉਣੇ, ਵਿਦਡਰਾ। ਵੀ ਕੈਨ ਵਿਦਡਰਾ ਮਨੀ ਵੈਨ ਐਵਰ ਵੀ ਨੀਡ, ਵੈਨ ਐਵਰ ਜਦੋਂ ਵੀ, ਵੀ ਨੀਡ ਸਾਨੂੰ ਲੋੜ ਹੋਵੇ, ਜਦੋਂ ਲੋੜ ਹੋਵੇ ਅਸੀਂ ਪੈਸੇ ਕਢਾ ਸਕਦੇ ਹਾਂ ਸੇਵਿੰਗ ਅਕਾਊਂਟ 'ਚੋਂ। ਫਿਰ ਅਮਨ ਸਵਾਲ ਕਰਦਾ ਹੋਰ, ਕਹਿੰਦੇ ਵਾਈ ਸ਼ੁੱਡ ਵੀ ਡਿਪੋਜ਼ਿਟ ਮਨੀ ਇਨ ਦੀ ਬੈਂਕ, ਸਾਨੂੰ ਬੈਂਕ ਵਿੱਚ ਪੈਸੇ ਕਿਉਂ ਜਮ੍ਹਾਂ ਕਰਵਾਉਣੇ ਚਾਹੀਦੇ ਹਨ? ਹੁਣ ਦੇਖੋ, ਡਿਪੋਜ਼ਿਟ ਦਾ ਮਤਲਬ ਹੋ ਗਿਆ ਜਮ੍ਹਾਂ ਕਰਵਾਉਣਾ, ਡਿਪੋਜ਼ਿਟ ਦਾ ਵਿਰੋਧੀ ਸ਼ਬਦ ਹੋ ਗਿਆ ਵਿਦਡਰਾ, ਪੈਸੇ ਕਢਾਉਣੇ। ਇਸ ਤਰ੍ਹਾਂ ਤੁਸੀਂ ਆਪਣੀ ਵੋਕੈਬਲਰੀ, ਸ਼ਬਦਾਂ ਦਾ ਭੰਡਾਰ ਵਧਾਉਣਾ ਹੈ। ਸ਼ਬਦਾਂ ਦਾ ਭੰਡਾਰ ਦਾ ਇਹੀ ਤਰੀਕਾ ਹੁੰਦਾ, ਜਦੋਂ ਇੱਕ ਸ਼ਬਦ ਸਿੱਖੋ ਉਹਦੇ ਨਾਲ ਜੁੜਦੇ ਜਿਹੜੇ ਦੂਜੇ ਡੈਰੀਵੇਟਿਵ ਨੇ ਉਹਦੇ, ਚਾਹੇ ਉਹਦਾ ਐਡਜੈਕਟਿਵ ਹੈਗਾ, ਚਾਹੇ ਉਹਦਾ ਐਡਵਰਬ ਹੈਗਾ, ਚਾਹੇ ਉਹਦਾ ਕੋਈ ਫਰੇਜ਼ ਹੈਗਾ, ਉਹ ਸਿੱਖ ਲਓ, ਉਹਦਾ ਪਲੂਰਲ ਸਿੱਖ ਲਓ, ਫਿਰ ਉਹਦਾ ਕੋਈ ਜੇ ਇਸਤਰੀ ਲਿੰਗ ਪੁਲਿੰਗ ਹੈਗਾ ਉਹ ਨਾਲ ਸਿੱਖ ਲਓ, ਜਿਹੜਾ ਵਿਰੋਧੀ ਸ਼ਬਦ ਹੈ ਉਹ ਵੀ ਨਾਲ ਸਿੱਖ ਲਓ। ਉਹਨਾਂ ਯਾਦ ਕਰਨਾ, ਉਹਨੂੰ ਇੱਕ ਦੂਜੇ ਨਾਲ ਜੋੜਨਾ ਸੌਖਾ ਹੋ ਜਾਂਦਾ ਹੈ। ਹੁਣ ਦੇਖੋ, ਵਿਦਡਰਾ ਦਾ ਮਤਲਬ ਹੈ ਪੈਸੇ ਕਢਾਉਣੇ, ਤੇ ਡਿਪੋਜ਼ਿਟ ਦਾ ਮਤਲਬ ਹੈ ਪੈਸੇ ਜਮ੍ਹਾਂ ਕਰਾਉਣੇ। ਸੋ ਸੌਖਾ ਹੋ ਗਿਆ, ਅਸੀਂ ਕਢਾਉਣ ਦੀ ਗੱਲ ਵੀ ਕਰਦੇ ਹਾਂ ਤੇ ਜਮ੍ਹਾਂ ਕਰਾਉਣ ਦੀ ਗੱਲ ਵੀ ਕਰਦੇ ਹਾਂ। ਜਦੋਂ ਜਮ੍ਹਾਂ ਕਰਾਉਣੇ ਅਸੀਂ ਕਹਿੰਦੇ ਡਿਪੋਜ਼ਿਟ ਦਾ ਮਨੀ, ਜਦੋਂ ਕਢਾਉਣੇ ਤੇ ਕਹਿੰਦੇ ਵਿਦਡਰਾ ਦਾ ਮਨੀ। ਠੀਕ ਹੈ, ਉਹ ਫਿਰ ਅਗਲਾ ਸਵਾਲ ਕਹਿੰਦੇ ਵੀ ਸਾਨੂੰ ਲੋੜ ਕੀ ਹੈ ਵੀ ਅਸੀਂ ਬੈਂਕ ਵਿੱਚ ਜਮ੍ਹਾਂ ਕਰਾਈਏ ਪੈਸੇ? ਫਿਰ ਫਾਦਰ ਜਵਾਬ ਦਿੰਦੇ ਨੇ, ਇਨ ਅ ਬੈਂਕ ਵਿੱਚ ਆਵਰ ਮਨੀ ਇਜ਼ ਆਲਵੇਜ਼ ਸੇਫ, ਆਲਵੇਜ਼ ਮੈਨੇ ਹਮੇਸ਼ਾ, ਸਦਾ, ਸੇਫ ਮੈਨੇ ਸੁਰੱਖਿਅਤ। ਪਹਿਲੀ ਗੱਲ ਤੇ ਕਹਿੰਦੇ ਬੈਂਕ ਵਿੱਚ ਸਾਡਾ ਪੈਸਾ ਹਮੇਸ਼ਾ ਸੁਰੱਖਿਅਤ ਹੈ। ਘਰ ਵਿੱਚ ਚੋਰੀ ਦਾ ਡਰ ਹੈ ਨਾ, ਤੇ ਵੱਡਾ ਡਰ ਤੇ ਚੋਰੀ ਦਾ ਹੁੰਦਾ ਹੈ, ਗੁਆਚਣ ਦਾ ਡਰ ਹੈਗਾ, ਬੈਂਕ ਵਿੱਚ ਇਹ ਡਰ ਨਹੀਂ ਹੈਗਾ। ਠੀਕ ਹੈ, ਆ ਬੈਂਕ ਆਲਸੋ ਪੇਜ਼ ਅਸ, ਇਹ ਦੇਖੋ ਬੈਂਕ ਇੱਕ ਵਚਨ ਹੈ, ਪੇਜ਼ ਦਿੰਦਾ ਹੈ, ਸਾਨੂੰ ਭੁਗਤਾਨ ਕਰਦਾ ਹੈ, ਅਸ ਸਾਨੂੰ, ਸਮ ਐਕਸਟਰਾ ਮਨੀ ਵਾਧੂ ਪੈਸਾ, ਕਾਲਡ ਇੰਟਰਸਟ। ਜਦੋਂ ਅਸੀਂ ਸਾਡਾ ਪੈਸਾ ਘਰ ਪਿਆ ਹੈ, ਜੇ ਉਹ 1000 ਰੁਪਏ ਸੀ ਤੇ ਉਹ ਸਾਲ ਬਾਅਦ ਵੀ 1000 ਰੁਪਏ ਹੀ ਰਹਿਣਗੇ। ਠੀਕ ਹੈ, ਪਰ ਜੇ ਉਹ 1000 ਰੁਪਇਆ ਬੈਂਕ ਵਿੱਚ ਰਹੇਗਾ ਤੇ ਉਹਦੇ ਤੇ ਵਿਆਜ ਲੱਗ ਜਾਏਗਾ 3%। ਠੀਕ ਹੈ ਨਾ, ਜਾਂ 4% ਜਿੰਨਾ ਵੀ ਵਿਆਜ ਹੈ, ਤੇ ਉਹਦੇ ਮੈਨੂੰ ਫਿਰ ਐਕਸਟਰਾ ਪੈਸੇ, ਉਹ ਜਿੰਨਾ ਵਿਆਜ ਬਣਦਾ ਹੈਗਾ ਉਹ ਸਾਨੂੰ ਐਕਸਟਰਾ ਪੈਸੇ ਮਿਲ ਜਾਣਗੇ। ਠੀਕ ਹੈ ਬੱਚਿਓ, ਇਹ ਤੁਸੀਂ ਹੁਣ ਹਾਲੇ ਤਾਂ ਤੁਹਾਨੂੰ ਇਹ ਗੱਲ ਸਮਝ ਨਹੀਂ ਆਏਗੀ, ਮਤਲਬ ਪਰਸੈਂਟੇਜ, ਕੋਈ ਤੁਸੀਂ 5ਵੀਂ ਕਲਾਸ ਵਿੱਚ ਹੈਗੇ ਹੋ, ਜਦੋਂ ਤੁਸੀਂ 7th 8th ਤੇ ਜਾਓਗੇ ਤੇ ਤੁਹਾਡਾ ਮੈਥ ਦੇ ਵਿੱਚ ਇਹ ਪਰਸੈਂਟੇਜ ਦਾ ਕਨਸੈਪਟ ਆਏਗਾ ਤੇ ਤੁਹਾਨੂੰ ਇਹ ਗੱਲ ਸਮਝ ਆ ਜਾਏਗੀ। ਸੋ ਇੰਟਰਸਟ ਜਿਹੜਾ ਹੈ ਬੱਚਿਓ, ਇਹ ਪਰਸੈਂਟੇਜ ਇੱਕ ਸਿਸਟਮ ਹੁੰਦਾ ਹੈ ਮੈਥ ਦਾ, ਉਹਦੇ ਵਿੱਚ ਇਹ ਕੈਲਕੂਲੇਟ ਕੀਤਾ ਜਾਂਦਾ ਹੈ। ਜਿੱਦਾਂ ਅਸੀਂ 100 ਚੋਂ 1 ਰੁਪਇਆ ਤੁਹਾਨੂੰ ਦਿੱਤਾ ਜਾਏਗਾ, ਜੇ ਬੈਂਕ ਕਹਿੰਦਾ ਹੈ ਕਿ ਅਸੀਂ ਤੁਹਾਨੂੰ 3% ਵਿਆਜ ਦੇਵਾਂਗੇ, ਇਹਦਾ ਮਤਲਬ ਇਹ ਹੋ ਗਿਆ 100 ਰੁਪਏ ਦੇ ਪਿੱਛੇ 3 ਰੁਪਏ ਉਹ ਦੇਣਗੇ। ਅਰਥਾਤ ਜੇ ਮੈਂ 1000 ਰੁਪਇਆ ਬੈਂਕ ਵਿੱਚ ਰੱਖਿਆ 1 ਸਾਲ ਲਈ,
ਤੇ ਜਦੋਂ ਮੈਂ ਪੈਸੇ ਕਢਾਵਾਂਗਾ ਤੇ ਮੈਨੂੰ 30 ਰੁਪਏ ਐਕਸਟਰਾ ਮਿਲਣਗੇ, ਤੇ ਜਿਹੜੇ 30 ਰੁਪਏ ਐਕਸਟਰਾ ਮਿਲੇ ਉਹਨੂੰ ਅਸੀਂ ਕਹਿੰਦੇ ਆ ਇੰਟਰਸਟ, ਅਸੀਂ ਉਹਨੂੰ ਕਹਿੰਦੇ ਆ ਵਿਆਜ। ਉਹ ਜੇ 1000 ਰੁਪਇਆ ਮੇਰੇ ਘਰ ਪਿਆ ਰਹਿੰਦਾ ਤੇ 1000 ਰੁਪਏ ਦਾ 1000 ਰੁਪਇਆ ਰਹਿਣਾ ਸੀਗਾ, ਹਨਾ, ਉਹਨੇ ਵਧਣਾ ਨਹੀਂ ਸੀਗਾ। ਪਰ ਜੇ ਉਹ ਬੈਂਕ ਵਿੱਚ ਗਿਆ ਪੈਸਾ 1000 ਰੁਪਇਆ ਤੇ 1 ਸਾਲ ਵਿੱਚ ਉਹਦਾ 3% ਜੇ ਵਿਆਜ ਲੱਗਿਆ ਤੇ ਮੈਨੂੰ 30 ਰੁਪਏ ਐਕਸਟਰਾ ਮਿਲ ਗਏ। ਸੋ ਜਿਹੜਾ ਐਕਸਟਰਾ ਮਨੀ, ਵਾਧੂ ਮਨੀ ਹੈ, ਇਹਨੂੰ ਕਿਹਾ ਜਾਂਦਾ ਹੈ ਇੰਟਰਸਟ, ਇਹਨੂੰ ਕਿਹਾ ਜਾਂਦਾ ਵਿਆਜ। ਸੋ ਇਹ ਦੂਜਾ ਲਾਭ ਹੈਗਾ ਬੈਂਕ ਵਿੱਚ ਪੈਸੇ ਰੱਖਣ ਦਾ। ਪਹਿਲਾ ਤੇ ਕੀ ਹੈ, ਇਟ ਇਜ਼ ਆਲਵੇਜ਼ ਸੇਫ, ਸੁਰੱਖਿਅਤ ਹੈ। ਤੇ ਦੂਜੀ ਗੱਲ, ਵੀ ਗੈਟ ਸਮ ਐਕਸਟਰਾ ਮਨੀ ਵਿਚ ਇਜ਼ ਨੋਨ ਐਜ਼ ਇੰਟਰਸਟ ਫॉर ਆਵਰ ਡਿਪੋਜ਼ਿਟ। ਡਿਪੋਜ਼ਿਟ ਮੈਨੇ ਜੋ ਪੈਸਾ ਜਮ੍ਹਾਂ ਕੀਤਾ ਹੈ ਉਹਦੇ ਵਾਸਤੇ, ਕਿਉਂਕਿ ਉਹ ਪੈਸਾ ਉੱਥੇ ਬੈਂਕ 'ਚ ਰੱਖਿਆ, ਬੈਂਕ ਨੇ ਉਹ ਪੈਸਾ ਲੋਕਾਂ ਨੂੰ ਕਰਜ਼ਾ ਦੇਣ ਲਈ ਵਰਤਿਆ ਤੇ ਉਹਦੇ ਤੇ ਜਿੱਦਾਂ ਬੈਂਕ ਨੇ ਸਾਨੂੰ ਤੇ ਦਿੱਤਾ 3% ਵਿਆਜ, ਪਰ ਜਦੋਂ ਉਹਨੇ ਕਰਜ਼ਾ ਦਿੱਤਾ ਉਹ ਉਹਨਾਂ ਕੋਲ ਕਿੰਨਾ ਵਿਆਜ ਲਏਗਾ, ਉਹਨਾਂ ਕੋਲ ਲਏਗਾ 10%, 12%, 13%, ਹੋਰ ਕੋਈ ਜ਼ਿਆਦਾ ਵਿਆਜ ਲਏਗਾ, ਤੇ ਉਹਦੇ ਵਿੱਚੋਂ ਸਾਨੂੰ ਥੋੜਾ ਹਿੱਸਾ ਜਿਹੜਾ ਹੈ ਉਹ ਸਾਨੂੰ ਮਿਲ ਜਾਂਦਾ ਹੈ। ਠੀਕ ਹੈ ਬੱਚਿਓ, ਸੋ ਇਦਾਂ ਇਹ ਸਿਸਟਮ ਚੱਲਦਾ ਹੈ। ਅੱਗੇ ਚਲੀਏ। ਫਿਰ ਅਮਨ ਨੇ ਅਗਲਾ ਸਵਾਲ ਕੀਤਾ, ਕਹਿੰਦੇ ਹਾਊ ਡਜ਼ ਬੈਂਕ ਰਿਮੈਂਬਰ ਆਲ ਥੀਸ। ਇਹ ਸਾਰੀਆਂ ਗੱਲਾਂ ਬੈਂਕ ਕਿਵੇਂ ਚੇਤੇ ਰੱਖਦਾ ਹੈ? ਇੰਨੇ ਬੰਦੇ ਆਉਂਦੇ ਨੇ, ਇੰਨੇ ਜਾਂਦੇ ਨੇ, ਕਿਸੇ ਨੇ ਪੈਸੇ ਜਮ੍ਹਾਂ ਕਰਾਏ, ਕਿਸੇ ਨੇ ਕਢਾਏ, ਕਿਹਨੂੰ ਕਿੰਨਾ ਵਿਆਜ ਦੇਣਾ ਹੈ, ਕਿੰਨੇ ਪੈਸੇ ਕਰਜ਼ਾ ਲਿਆ, ਕਿੰਨੇ ਕਰਜ਼ਾ ਮੋੜਿਆ, ਕਿੰਨੇ ਕਿਸ਼ਤਾਂ ਦਿੱਤੀਆਂ, ਕਿੰਨਾ ਕੁਛ ਹੈ, ਕਿੰਨੀ ਗਤੀਵਿਧੀਆਂ ਚੱਲਦੀਆਂ ਰਹਿੰਦੀਆਂ। ਕਹਿੰਦੇ ਬੈਂਕ ਨੂੰ ਇਹ ਸਾਰਾ ਚੇਤੇ ਕਿਵੇਂ ਰੱਖਦਾ ਹੈ ਬੈਂਕ ਜਿਹੜਾ। ਫਿਰ ਉਹ ਫਾਦਰ ਉਹਦੇ ਸਮਝਾਉਂਦੇ ਨੇ, ਪਿਤਾ ਜੀ ਕਹਿੰਦੇ ਨੇ ਐਵਰੀ ਬੈਂਕ ਹੈਜ਼ ਕੰਪਿਊਟਰਸ। ਹੁਣ ਦੇਖੋ ਬੈਂਕ ਹੈਗਾ, ਇੱਕ ਵਚਨ ਤੇ ਆਏਗਾ ਹੈਜ਼, ਜਿੱਦਾਂ ਵਰਬ ਹੈਗੀ ਹੈ ਹੈਜ਼, ਜਿੱਦਾਂ ਸੀਗਾ ਨਾ ਰਿਸੀਵਸ, ਲੈਂਡਸ, ਡਿਪੋਜ਼ਿਟਸ, ਵਿਦਡਰੋਜ਼, ਇਹ ਸਾਰਾ ਇਹ ਇੱਕ ਵਚਨ ਹੈ। ਤੇ ਐਵਰੀ ਬੈਂਕ ਹੈਜ਼ ਕੰਪਿਊਟਰਸ, ਹਰ ਬੈਂਕ ਕੋਲ ਕੰਪਿਊਟਰ ਹੁੰਦੇ ਹਨ। ਵਿਚ ਕੀਪ ਆਲ ਦਾ ਰਿਕਾਰਡਸ, ਜੋ ਸਾਰਾ ਵੇਰਵਾ ਰੱਖਦੇ ਹਨ। ਕਾਹਦਾ ਵੇਰਵਾ? ਕੌਣ ਆਇਆ ਪੈਸੇ ਜਮ੍ਹਾਂ ਕਰਾ ਕੇ ਗਿਆ, ਕੌਣ ਆਇਆ ਪੈਸੇ ਕਢਾ ਕੇ ਗਿਆ, ਕਿੰਨੀ ਤਰੀਕ ਨੂੰ ਕਿੰਨੇ ਕਢਾਏ, ਕਿੰਨੀ ਤਰੀਕ ਨੂੰ ਕਿੰਨੇ ਜਮ੍ਹਾਂ ਕਰਾਏ, ਇਹ ਸਾਰਾ ਕੰਪਿਊਟਰ ਵੇਰਵਾ ਰਿਕਾਰਡ ਰੱਖਦੇ ਨੇ। ਵੈਨ ਐਵਰ ਵੀ, ਵੈਨ ਐਵਰ ਦਾ ਮਤਲਬ ਹੁੰਦਾ ਜਦੋਂ ਵੀ, ਠੀਕ ਹੈ, ਵੈਨ ਐਵਰ ਮਤਲਬ ਕਿ ਜਦੋਂ ਵੀ, ਵੀ ਮਨੇ ਅਸੀਂ, ਜਦੋਂ ਵੀ ਅਸੀਂ ਡਿਪੋਜ਼ਿਟ ਜਮ੍ਹਾਂ ਕਰਾਉਂਦੇ ਹਾਂ, ਇਹ ਕਿਰਿਆ ਆ ਗਈ। ਹੁਣ ਵੈਨ ਐਵਰ ਵੀ ਡਿਪੋਜ਼ਿਟ ਜਮ੍ਹਾਂ ਕਰਾਉਂਦੇ ਹਾਂ, ਔਰ ਵਿਦਡਰੋ, ਹੁਣ ਦੇਖੋ ਉਲਟੀ ਗੱਲ ਆ ਗਈ ਨਾ, ਡਿਪੋਜ਼ਿਟ ਤੇ ਵਿਦਡਰੋ, ਵਿਦਡਰੋ ਪੈਸਾ ਕਢਾਉਂਦੇ ਹਾਂ। ਦੀ ਇੰਪਲੋਈਜ਼, ਇੰਪਲੋਈ ਕੌਣ ਹੁੰਦਾ ਬੱਚੇ? ਮੁਲਾਜ਼ਮ, ਜੋ ਕਿਸੇ ਸੰਸਥਾ 'ਚ ਦਫ਼ਤਰ 'ਚ ਕੰਮ ਕਰਦਾ ਹੈ ਉਹਨੂੰ ਕਿਹਾ ਜਾਂਦਾ ਹੈ ਇੰਪਲੋਈ, ਉਹਨੂੰ ਕਹਿੰਦੇ ਅਸੀਂ ਪੰਜਾਬੀ 'ਚ ਮੁਲਾਜ਼ਮ। ਤੇ ਇੰਪਲੋਈਜ਼ ਹੋ ਗਿਆ ਬਹੁਵਚਨ, ਬਹੁਤ ਸਾਰੇ ਮੁਲਾਜ਼ਮ ਹੁੰਦੇ ਨੇ ਬੈਂਕ ਵਿੱਚ। ਦੀ ਇੰਪਲੋਈਜ਼ ਆਫ ਦੀ ਬੈਂਕ ਮੇਨਟੇਨ ਆ ਰਿਕਾਰਡ, ਅਰਥਾਤ ਉਹ ਰੱਖ ਰਖਾਅ, ਉਹ ਸਾਰਾ ਵੇਰਵਾ ਰੱਖਦੇ ਨੇ, ਮੇਨਟੇਨ ਕਰਦੇ ਨੇ, ਸਾਂਭ ਕੇ ਰੱਖਦੇ ਨੇ ਵੀ ਕੌਣ ਬੰਦਾ ਕਿਹੜੇ ਅਕਾਊਂਟ ਨੰਬਰ ਵਾਲਾ ਕਿੰਨੀ ਤਰੀਕ ਨੂੰ ਇੱਥੇ ਆਇਆ ਸੀਗਾ ਤੇ ਉਹ ਇੱਥੇ ਕਿਹੜਾ ਟ੍ਰਾਂਜੈਕਸ਼ਨ ਹੁੰਦਾ ਲੈਣ ਦੇਣ ਕਰਕੇ ਗਿਆ, ਕਿੰਨੇ ਪੈਸੇ ਕਢਾਏ, ਕਿੰਨੇ ਪੈਸੇ ਜਮ੍ਹਾਂ ਕਰਾਏ, ਕਿੰਨੇ ਜਮ੍ਹਾਂ ਕਰਾਏ, ਇਹ ਸਾਰਾ ਰਿਕਾਰਡ ਕੰਪਿਊਟਰਾਂ ਦੀ ਸਹਾਇਤਾ ਦੇ ਨਾਲ ਜਿਹੜੇ ਦਫ਼ਤਰ ਦੇ ਮੁਲਾਜ਼ਮ ਨੇ, ਬੈਂਕ ਦੇ ਮੁਲਾਜ਼ਮ ਨੇ, ਉਹ ਕਰਦੇ ਨੇ। ਆਫ ਆਲ ਦਾ ਵਿਦਡਰੋਲ, ਹੁਣ ਦੇਖੋ ਵਿਦਡਰੋ ਹੈਗੀ ਕਿਰਿਆ ਤੇ ਵਿਦਡਰੋਲ ਹੈਗਾ ਨਾਊਨ, ਨਾਮ। ਵਿਦਡਰੋਵਲ, ਜਿੰਨਾ ਪੈਸਾ ਕਢਾਇਆ ਗਿਆ ਉਹਨੂੰ ਕਿਹਾ ਜਾਂਦਾ ਹੈ ਵਿਦਡਰੋਵਲ। ਮੈਂ ਕਹਾਂ ਹਾਊ ਮਚ ਇਜ਼ ਯੂਰ ਵਿਦਡਰੋਲ, ਮੈਂ ਕਹਾਂ ਮਾਈ ਵਿਦਡਰੋਲ ਇਜ਼ 1000 ਰੁਪੀਜ਼, ਅਰਥਾਤ ਮੈਂ 1000 ਰੁਪਇਆ ਕਢਾਇਆ ਹੈ। ਸੋ ਵਿਦਡਰੋਵਲ, ਠੀਕ ਹੈ। ਵਿਦਡਰੋਵਲਸ ਬਣੇ ਬੈਂਕ ਵਿੱਚ ਇੱਕ ਦਿਨ 'ਚ ਕਿੰਨੇ ਪੈਸੇ ਕਢਾਏ ਗਏ, ਵਿਦਡਰੋਲਸ, ਆਲ ਦਾ ਵਿਦਡਰੋਲਸ। ਐਂਡ ਡਿਪੋਜ਼ਿਟਸ, ਹੁਣ ਇੱਥੇ ਡਿਪੋਜ਼ਿਟ ਜਿਹੜਾ ਹੈ ਪਹਿਲੇ ਉੱਥੇ ਨਾਊਨ ਸੀਗਾ, ਪਹਿਲੇ ਵਰਬ ਸੀਗਾ, ਦੇਖੋ ਡਿਪੋਜ਼ਿਟ ਵਰਬ ਵੀ ਹੈਗਾ ਤੇ ਡਿਪੋਜ਼ਿਟ ਨਾਊਨ ਵੀ ਹੈਗਾ, ਨਾਮ ਵੀ ਹੈਗਾ, ਤੇ ਡਿਪੋਜ਼ਿਟਸ ਬਹੁਵਚਨ ਹੋ ਗਿਆ ਕਿਉਂਕਿ ਨਾਮ ਹੈਗਾ, ਤੇ ਇੱਥੇ ਡਿਪੋਜ਼ਿਟਸ। ਹੁਣ ਡਿਪੋਜ਼ਿਟਸ ਬੱਚੇ ਦੇਖੋ ਵਰਬ ਵੀ ਹੈਗਾ ਇੱਕ ਵਚਨ ਵਾਸਤੇ, ਤੇ ਡਿਪੋਜ਼ਿਟਸ ਨਾਮ ਦਾ ਪਲੂਰਲ ਵੀ ਹੈਗਾ। ਡਿਪੋਜ਼ਿਟਸ ਦਾ ਮਤਲਬ ਇਹ ਹੋ ਗਿਆ ਉਹ ਘਟਨਾਵਾਂ ਜਦੋਂ ਪੈਸੇ ਜਮ੍ਹਾਂ ਕਰਾਏ ਗਏ, ਤੇ ਵਿਦਡਰੋਲਸ ਉਹ ਘਟਨਾਵਾਂ ਜਦੋਂ ਪੈਸੇ ਕਢਾਏ ਗਏ, ਠੀਕ ਹੈ, ਇਨ ਦਾ ਕੰਪਿਊਟਰ। ਉਹ ਹੁਣ ਜਿਹੜੇ ਇੰਪਲੋਈ ਨੇ ਉਹ ਫਟਾਫਟ ਸਾਰੀ ਗੱਲ ਨਾਲ ਦੇ ਨਾਲ ਕੰਪਿਊਟਰ ਵਿੱਚ ਪਾਈ ਜਾਂਦੇ ਨੇ, ਠੀਕ ਹੈ। ਸੋ ਇਸ ਤਰ੍ਹਾਂ ਇਹ ਜਿਹੜਾ ਫਿਰ ਬੈਂਕ ਇਹ ਸਾਰਾ ਵੇਰਵਾ ਰੱਖਦਾ ਹੈ, ਸਾਰਾ ਰਿਕਾਰਡ ਰੱਖਦਾ ਹੈ। ਆਓਗੇ ਚਲੀਏ। ਅਮਨ, ਹਾਊ ਕੈਨ ਵੀ ਵਿਦਡਰੋ ਆਵਰ ਮਨੀ, ਵਿਦਡਰੋ ਮਨੀ। ਹੁਣ ਕੈਨ ਵੀ ਆ, ਦੇਖੋ ਹੁਣ ਕਿਰਿਆ ਆ ਗਿਆ, ਅਸੀਂ ਆਪਣਾ ਪੈਸਾ ਕਿਵੇਂ ਕਢਾ ਸਕਦੇ ਹਾਂ। ਹੁਣ ਅਮਨ ਨੇ ਅਗਲਾ ਸਵਾਲ ਪੁੱਛਿਆ ਆਪਣੇ ਪਿਤਾ ਜੀ ਕੋਲੋਂ ਕਿ ਅਸੀਂ ਪੈਸੇ ਜਮ੍ਹਾਂ ਕਰਾਤੇ,
ਠੀਕ ਹੈ। ਇੱਦਾਂ ਬੈਂਕ ਸਾਰਾ ਚੇਤੇ ਰੱਖਦਾ ਹੈ। ਤੇ ਕਹਿੰਦੇ ਅਸੀਂ ਪੈਸੇ ਕਢਾਉਣ ਦੇ ਕਿਹੜੇ ਕਿਹੜੇ ਢੰਗ ਨੇ, ਕਿੱਦਾਂ ਕਢਾ ਸਕਦੇ ਹਾਂ। ਸੋ ਉਹਦੇ ਜਵਾਬ ਦਿੰਦੇ ਨੇ ਪਿਤਾ ਜੀ, ਦੀ ਬੈਂਕ ਇਸ਼ੂਜ਼ ਅਸ, ਹੁਣ ਦੇਖੋ ਫਿਰ ਆ ਗਿਆ ਇੱਕ ਵਚਨ ਹੈ ਬੈਂਕ ਇਸ਼ੂਜ਼, ਇਸ਼ੂ ਮੈਨੇ ਜਾਰੀ ਕਰਨਾ, ਇਸ਼ੂਜ਼ ਮੈਨੇ ਜਾਰੀ ਕਰਦਾ ਹੈ, ਅਸ ਮੈਨੇ ਸਾਨੂੰ, ਆ ਚੈੱਕ ਬੁੱਕ। ਬੈਂਕ ਸਾਨੂੰ ਚੈੱਕ ਬੁੱਕ ਜਾਰੀ ਕਰਦਾ ਹੈ, ਜੇ 'ਚ 30 ਪੱਤੀਆਂ 40 ਪੱਤੀਆਂ ਅਲੱਗ-ਅਲੱਗ ਪੱਤੀਆਂ ਅਸੀਂ ਕਹਿ ਦਿੰਦੇ ਹਾਂ ਉਹਨੂੰ, ਮਤਲਬ ਛੋਟੇ ਵਰਕੇ, ਅਸੀਂ ਉਹਨੂੰ ਕਹਿੰਦੇ ਲੀਫ। ਜਿੱਦਾਂ ਦਰਖਤ ਦੀ ਪੱਤੀ ਨੂੰ ਵੀ ਲੀਫ ਕਹਿੰਦੇ ਆ, ਇਸੇ ਤਰ੍ਹਾਂ ਇੱਕ ਵਰਕੇ ਨੂੰ ਵੀ ਲੀਫ ਕਿਹਾ ਜਾਂਦਾ ਹੈ। ਠੀਕ ਹੈ, ਇਹ ਯਾਦ ਰੱਖਣਾ ਤੁਸੀਂ। ਲੀਫ ਜਿਹੜੇ ਰੁੱਖ ਹੈਗੇ ਨੇ, ਦਰਖਤ ਹੈਗੇ ਨੇ, ਉਹਦੀ ਪੱਤੀਆਂ ਨੂੰ ਲੀਫ ਕਹਿੰਦੇ ਆ, ਇੱਕ ਪੱਤੀ ਨੂੰ। ਤੇ ਜਿਹੜਾ ਇੱਕ ਵਰਕਾ ਹੁੰਦਾ ਹੈ ਉਹਨੂੰ ਵੀ ਲੀਫ ਕਿਹਾ ਜਾਂਦਾ ਹੈ। ਠੀਕ ਹੈ। ਵੀ ਕੈਨ ਵਿਦਡਰੋ ਮਨੀ ਯੂਜ਼ਿੰਗ ਅ ਚੈੱਕ ਲੀਫ, ਅਸੀਂ ਇੱਕ ਚੈੱਕ ਅਰਥਾਤ ਇੱਕ ਵਰਕਾ, ਜਿਹੜਾ 30 ਚੈੱਕ ਹੁੰਦੇ ਨੇ ਜਾਂ 60 ਹੁੰਦੇ ਨੇ, ਡਿਪੈਂਡ ਕਰਦਾ ਕਿਸ ਕਿਸਮ ਦਾ ਸਾਡਾ ਅਕਾਊਂਟ ਹੈਗਾ। ਤੇ ਅਸੀਂ ਇੱਕ ਚੈੱਕ ਬੁੱਕ ਤੇ ਜਿੰਨਾ ਅਮਾਊਂਟ ਚਾਹੀਦਾ ਹੈ ਨਾਂ ਲਿਖ ਕੇ, ਜਿਹੜੇ ਨਾਂ ਦੇ ਪੈਸੇ ਕਢਾਉਣੇ ਨੇ, ਆਪਣੇ ਕਢਾਉਣੇ ਤੇ ਸੈਲਫ ਲਿਖ ਦਿਓ, ਸਾਈਨ ਕਰ ਦਿਓ, ਡੇਟ ਪਾ ਦਿਓ, ਤੇ ਅਸੀਂ ਚੈੱਕ ਲੀਫ ਭਰ ਕੇ ਵਰਤ ਕੇ ਪੈਸੇ ਕਢਵਾ ਸਕਦੇ ਹਾਂ। ਇੱਕ ਤਰੀਕਾ ਤੇ ਇਹ ਹੋ ਗਿਆ। ਦੂਜਾ ਹੈਗਾ ਵਿਦਡਰਾਅਲ ਸਲਿੱਪ। ਵਿਦਡਰਾਅਲ ਸਲਿੱਪ ਕੀ ਹੁੰਦੀ ਬੱਚੇ, ਇਹ 'ਚ ਬੈਂਕ ਜਾਓ, ਬੈਂਕ ਦੇ ਵਿੱਚ ਇੱਕ ਫਾਰਮ ਹੁੰਦਾ ਹੈ, ਫਾਰਮ 'ਚ ਆਪਣਾ ਨਾਂ ਭਰੋ, ਆਪਣਾ ਅਕਾਊਂਟ ਨੰਬਰ ਭਰੋ, ਤਰੀਕ ਭਰੋ, ਜਿੰਨੇ ਪੈਸੇ ਚਾਹੀਦੇ ਨੇ ਉਹ ਭਰੋ, ਸ਼ਬਦਾਂ ਵਿੱਚ ਵੀ ਭਰੋ ਤੇ ਹਿੰਦਸਿਆਂ ਵਿੱਚ ਵੀ ਭਰੋ, ਫਿਰ ਸਾਈਨ ਕਰ ਦਿਓ। ਉਹਦੀ ਇੱਕ ਜਿਹੜੀ ਕਾਊਂਟਰ ਫਾਈਲ ਹੁੰਦੀ ਹੈ, ਇੱਕ ਫਾੜ ਕੇ ਆਪਣੇ ਕੋਲ ਰੱਖ ਲਓ, ਸਟੈਂਪ ਲਾ ਦੇਗਾ ਤੇ ਉਹਨੂੰ ਦੇ ਦਿਓ, ਤੇ ਥੋੜ੍ਹੀ ਦੇਰ ਵੇਟ ਕਰੋ। ਤੇ ਜਿਹੜਾ ਰੋਕੜੀ ਹੈ, ਜਿਹਨੂੰ ਅਸੀਂ ਕਹਿੰਦੇ ਟੈਲਰ, TELLER, ਉਹਨੂੰ ਜਿਹੜਾ ਬੰਦਾ ਖਿੜਕੀ ਤੇ ਬੈਠਾ ਹੁੰਦਾ ਜੋ ਕੈਸ਼ ਦਿੰਦਾ ਉਹਨੂੰ ਕਿਹਾ ਜਾਂਦਾ ਟੈਲਰ। ਠੀਕ ਹੈ। ਤਾਂ ਵਿਦਡਰਾਅਲ ਸਲਿੱਪ ਤੁਸੀਂ ਜਿਹੜੇ ਦਿੰਦੇ ਹੋ ਤੇ ਉਹ ਤੁਹਾਨੂੰ ਪੈਸੇ ਦੇ ਦਿੰਦਾ ਤੇ ਤੁਹਾਡੀ ਪਾਸਬੁੱਕ ਤੇ ਚਾੜ ਦਿੰਦਾ ਕਿ ਇਸ ਬੰਦੇ ਨੇ ਸਾਡੇ ਕੋਲੋਂ ਇੰਨੇ ਪੈਸੇ ਕਢਾਏ। ਉਹਨੂੰ ਕਹਿੰਦੇ ਆ ਵਿਦਡਰਾਅਲ ਸਲਿੱਪ। ਇੱਕ ਤੇ ਹੈਗਾ ਤੁਸੀਂ ਚੈੱਕ ਘਰੋਂ ਭਰ ਕੇ ਲੈ ਗਏ ਤੇ ਕਿਸੇ ਨੂੰ ਵੀ ਭੇਜਤਾ, ਆਪਣੇ ਕਿਸੇ ਬੱਚੇ ਨੂੰ ਭੇਜਤਾ, ਉਹ ਜਾ ਕੇ ਪੈਸੇ ਕਢਾ ਲਿਆ ਆ, ਜਾਂ ਤੁਸੀਂ ਜਾ ਕੇ ਪੈਸੇ ਕਢਾ ਲਿਆਏ। ਨਹੀਂ ਤੇ ਚੈੱਕ ਬੁੱਕ ਨਹੀਂ ਹੈਗੀ ਤੇ ਵਿਦਡਰਾਅਲ ਸਲਿੱਪ ਭਰੀ ਤੇ ਪੈਸੇ ਕਢਾ ਲਿਆ। ਤੇ ਦੂਜਾ ਹੈ ਕਿ ਬੈਂਕ ਦੇ ਵਿੱਚ ਜਾਣ ਦੀ ਲੋੜ ਹੀ ਨਹੀਂ, ATM ਕਾਰਡ। ਹੁਣ ATM ਦੀ ਫੁੱਲ ਫਾਰਮ ਕੀ ਹੁੰਦੀ ਬੱਚੇ, ਤੁਹਾਨੂੰ ਵੀ ਦੱਸ ਦਈਏ, ਤੁਹਾਡੀ ਕਿਤਾਬ 'ਤੇ ਨਹੀਂ ਦੱਸਿਆ ਇਹ ਗੱਲ। ਇਹਨੂੰ ਕਹਿੰਦੇ ਆ ਆਟੋ ਟੈਲਰ ਮਸ਼ੀਨ। ਠੀਕ ਹੈ, ਆਟੋ ਟੈਲਰ ਮਸ਼ੀਨ ਜਾਂ ਆਟੋਮੈਟਿਡ ਜਾਂ ਆਟੋਮੈਟਿਕ ਟੈਲਰ ਮਸ਼ੀਨ। ਹੁਣ ਟੈਲਰ ਇੱਥੇ ਬੱਚੋ ਕੀ ਹੈਗਾ, ਟੇਲਰ ਨਹੀਂ ਹੈਗਾ, ਟੈਲਰ ਹੈਗਾ, TELLER। ਟੈਲਰ ਮੈਂ ਦੱਸਿਆ ਰੋਕੜੀਆ, ਜਿਹੜਾ ਬੰਦਾ ਕੈਸ਼ੀਅਰ ਹੁੰਦਾ ਹੈ, ਜੋ ਕੈਸ਼ ਲੈਂਦਾ, ਕੈਸ਼ ਦਿੰਦਾ, ਉਹਨੂੰ ਕਿਹਾ ਜਾਂਦਾ ਟੈਲਰ। ਤੇ ਹੁਣ ਇਹ ਕੰਮ ਪੈਸੇ ਲੈਣ ਦੇਣ ਦਾ ਕੰਮ ਕੌਣ ਕਰ ਰਿਹਾ, ਮਸ਼ੀਨ ਕਰਦੀ ਪਈ, ਆਟੋਮੈਟਿਕ ਹੋ ਰਹੀ ਹੈ। ਤੁਸੀਂ ਕਾਰਡ ਪਾਇਆ, ਪਿਨ ਪਾਇਆ ਤੇ ਜਿੰਨੇ ਪੈਸੇ ਚਾਹੀਦੇ ਨੇ ਐਂਟਰ ਕੀਤੇ ਤੇ ਪੈਸੇ ਆ ਗਏ। ਤੁਸੀਂ ਪੈਸੇ ਜਮ੍ਹਾਂ ਵੀ ਕਰਾ ਸਕਦੇ ਹੋ, ਪੈਸੇ ਕਢਾ ਵੀ ਕਰ ਸਕਦੇ ਹੋ। ਸੋ ਤੁਸੀਂ ATM ਕਾਰਡ ਰਾਹੀਂ, ਜਿਹਨੂੰ ਕਿਹਾ ਜਾਂਦਾ ਆਟੋ ਟੈਲਰ ਮਸ਼ੀਨ ਕਾਰਡ, ਠੀਕ ਹੈ, ਉਹ ਜਿਹੜੀ ਮਸ਼ੀਨ ਹੁੰਦੀ ਉਹਨੂੰ ਕਿਹਾ ਜਾਂਦਾ ਆਟੋ ਟੈਲਰ ਮਸ਼ੀਨ। ਤੇ ਜਿਹੜਾ ਕਾਰਡ ਤੁਹਾਡੇ ਕੋਲ ਹੁੰਦਾ, ਜਿਹੜਾ ਮਸ਼ੀਨ 'ਚ ਪਾਉਂਦੇ, ਉਹਨੂੰ ਕਿਹਾ ਜਾਂਦਾ ATM ਕਾਰਡ, ਆਟੋ ਟੈਲਰ ਮਸ਼ੀਨ ਕਾਰਡ। ਠੀਕ ਹੈ, ਉਹਦੇ ਰਾਹੀਂ ਵੀ ਪੈਸੇ ਕਢਾਏ ਜਾ ਸਕਦੇ ਹਨ। ਫਿਰ ਅਮਨ ਅਗਲਾ ਸਵਾਲ ਕਰਦਾ, ਪਾਪਾ ਵਾਟ ਇਜ਼ ATM ਕਾਰਡ, ATM ਕਾਰਡ ਕੀ ਹੁੰਦਾ ਹੈ। ਸੋ ਉਹਦੇ ਫਾਦਰ ਜਵਾਬ ਦਿੰਦੇ ਨੇ, ATM ਕਾਰਡ ਇਜ਼ ਯੂਜ਼ਡ ਟੂ ਵਿਦਡਰਾਅ ਮਨੀ ਐਟ ਐਨੀ ਟਾਈਮ। ATM ਕਾਰਡ ਉਹ ਚੀਜ਼ ਹੈ ਜਿਹਦੇ ਰਾਹੀਂ ਅਸੀਂ ਕਿਸੇ ਵੇਲੇ ਵੀ ਪੈਸੇ ਕਢਾ ਸਕਦੇ ਹਾਂ, ਈਵਨ ਵੈਨ, ਜਦੋਂ ਬੈਂਕ ਇਜ਼ ਨੋਟ ਵਰਕਿੰਗ, ਜਦੋਂ ਬੈਂਕ ਖੁੱਲ੍ਹਾ ਵੀ ਨਾ ਹੋਵੇ, ਅਰਥਾਤ ਉਹਦੇ ਦਫ਼ਤਰੀ ਕੰਮ ਨਾ ਹੋਵੇ, ਛੁੱਟੀ ਹੋਵੇ, ਰਾਤ ਦਾ ਵੇਲਾ ਹੋਵੇ, ਤੜਕੇ ਦਾ ਵੇਲਾ ਹੋਵੇ। ਦੇਖੋ ATM ਕਾਰਡ ਕਿਸੇ ਵੇਲੇ ਵੀ ਪੈਸੇ ਕਢਵਾਉਣ ਲਈ ਵਰਤਿਆ ਜਾ ਸਕਦਾ ਹੈ, ਜਦੋਂ ਬੈਂਕ ਖੁੱਲ੍ਹਾ ਵੀ ਨਾ ਹੋਵੇ। ਅਸੀਂ ਸਫ਼ਰ ਜਾ ਰਹੇ ਹਾਂ, ਰਾਹ 'ਚ ਕਿਤੇ ਜਾ ਕੇ ਮੇਰਾ ਅਕਾਊਂਟ ਭਾਵੇਂ ਪੰਜਾਬ 'ਚ ਹੈਗਾ, ਮੈਂ ਪੈਸੇ ਜਿਹੜੇ ਨੇ ਤਮਿਲਨਾਡੂ ਜਾ ਕੇ ਕਢਾ ਲਵਾਂ, ਹੈ ਨਾ। ਮੇਰਾ ਅਕਾਊਂਟ ਭਾਵੇਂ ਇੱਥੇ ਬਰਨਾਲੇ ਹੋਵੇ ਤੇ ਮੈਂ ਦਰਬਾਰ ਸਾਹਿਬ ਜਾ ਕੇ ਪੈਸੇ ਕਢਾ ਲਵਾਂ, ਜਿੱਥੇ ਮਰਜ਼ੀ ਪੈਸੇ ਕਢਾ ਲਓ। ਸੋ ਇਹਦਾ ਫਾਇਦਾ, ਸਾਨੂੰ ਕੈਸ਼ ਚੱਕਣ ਦੀ ਲੋੜ ਨਹੀਂ ਹੈਗੀ। ਠੀਕ ਹੈ, ਪਰ ਬੱਚੋ ATM ਕਾਰਡ ਇਜ਼ ਸਿਮਿਲਰ ਟੂ ਕੈਸ਼। ATM ਕਾਰਡ ਵੀ ਇਹ ਕਾਰਡ ਨਹੀਂ ਹੈਗਾ, ਇਹ ਪੂਰਾ ਕੈਸ਼ ਹੀ ਹੈ, ਇਹਨੂੰ ਵੀ ਸਾਂਭ ਕੇ ਰੱਖਣਾ ਚਾਹੀਦਾ। ਠੀਕ ਹੈ, ਇਹਨੂੰ ਬੜੇ ਧਿਆਨ ਨਾਲ, ਸੁਰੱਖਿਅਤ ਢੰਗ ਨਾਲ ਰੱਖਣਾ ਚਾਹੀਦਾ। ਤੇ ਜਿਹੜੀ ਪਿੰਨ ਹੁੰਦੀ ਹੈ ਉਹ ਕਦੀ ਕਿਸੇ ਨੂੰ ਦੱਸਣੀ ਨਹੀਂ ਚਾਹੀਦੀ, ਉਹ ਇੱਕ ਕਿਸਮ ਦੀ ਤੁਹਾਡੀ ਚਾਬੀ ਹੁੰਦੀ ਹੈ ਤਾਲੇ ਦੀ। ਠੀਕ ਹੈ, ਸੋ ਉਹ ਹਮੇਸ਼ਾ ਕਿਸੇ ਨਾਲ ਵੀ ਸਾਂਝਾ ਨਹੀਂ ਕਰਨਾ ਚਾਹੀਦਾ, ਨਾ ਉਹਨੂੰ ਕਿਤੇ ਲਿਖਣਾ ਚਾਹੀਦਾ। ਠੀਕ ਹੈ, ਸੋ ਇਹ ਜਿਹੜਾ ਹੈ ਟਾਈਮ ATM ਕਾਰਡ ਦਾ ਇਹ ਫਾਇਦਾ ਹੈ ਕਿ ਤੁਸੀਂ ਸਵੇਰੇ ਪੈਸੇ ਕਢਾ ਲਓ, ਰਾਤੀ ਕਢਾ ਲਓ, ਐਤਵਾਰ ਨੂੰ ਕਢਾ ਲਓ, ਛੁੱਟੀ ਵਾਲੇ ਦਿਨ ਕਢਾ ਲਓ, ਜਿਹੜੀ ਮਰਜ਼ੀ ਮਸ਼ੀਨ ਤੋਂ ਜਦੋਂ ਮਰਜ਼ੀ ਪੈਸੇ ਕਢਾ ਸਕਦੇ ਹੋ ATM ਕਾਰਡ ਰਾਹੀਂ। ਠੀਕ ਹੈ, ਅੱਗੇ ਚਲੀਏ। ਓਕੇ, ਦੀ ਬੈਂਕ ਆਲਸੋ ਇਸ਼ੂਜ਼ ਅ ਕ੍ਰੈਡਿਟ ਕਾਰਡ। ਇੱਕ ਹੋਰ ਕਾਰਡ ਹੁੰਦਾ ਹੈ, ਇੱਕ ਹੁੰਦਾ ਬੱਚੋ ATM ਕਾਰਡ, ਫਿਰ ਇੱਕ ਹੁੰਦਾ ਡੈਬਿਟ ਕਾਰਡ, ਇੱਕ ਹੁੰਦਾ ਕ੍ਰੈਡਿਟ ਕਾਰਡ। ਤੁਹਾਡੇ ਚਲੋ ਇੱਥੇ ਕ੍ਰੈਡਿਟ ਕਾਰਡ ਦਾ ਜ਼ਿਕਰ ਕੀਤਾ ਹੈ। ATM ਕਾਰਡ ਰਾਹੀਂ ਸਿਰਫ ਪੈਸੇ ਕਢਾਏ ਜਾ ਸਕਦੇ ਨੇ, ਹੋਰ ਕੁਝ ਨਹੀਂ ਕੀਤਾ ਜਾ ਸਕਦਾ। ਜੇ ਇਹੀ ATM ਕਾਰਡ ਦਾ ਇੱਕ ਡੈਬਿਟ ਕਾਰਡ ਹੋ ਜਾਂ ਕ੍ਰੈਡਿਟ ਕਾਰਡ ਹੋ ਜਾਏ, ਕ੍ਰੈਡਿਟ ਬਣਦਾ ਬੱਚਿਓ ਤੁਸੀਂ ਉਧਾਰ ਵੀ ਚੱਕ ਸਕਦੇ ਹੋ,
ਅਰਥਾਤ ਤੁਸੀਂ ਆਨਲਾਈਨ ਪੇਮੈਂਟ ਕਰਨੀ ਹੈ, ਤੁਸੀਂ ਕੰਪਿਊਟਰ ਤੇ ਕੁਝ ਖਰੀਦਦਾਰੀ ਕੀਤੀ ਤੇ ਪੈਸੇ ਤੁਸੀਂ ਨੈਟ ਰਾਹੀਂ ਪੇ ਕਰ ਸਕਦੇ ਹੋ। ਠੀਕ ਹੈ, ਪੈਸੇ ਉਧਾਰ ਵੀ ਚੱਕ ਸਕਦੇ ਹੋ। ਤੁਹਾਡੇ ਕੋਲ ਤੁਸੀਂ ਕਿਤੇ ਗਏ ਸ਼ਾਪਿੰਗ ਕਰਨ, ਤੁਸੀਂ ਪੈਸੇ ਨਹੀਂ ਸੀਗੇ, ਤੁਸੀਂ ਸ਼ਾਪਿੰਗ ਕਰ ਲਈ ਤੇ ਘਰ ਆ ਕੇ ਤੁਸੀਂ ਪੈਸੇ ਜਮ੍ਹਾਂ ਬੈਂਕ ਵਿੱਚ ਕਰਾ ਦਿੱਤੇ। ਠੀਕ ਹੈ, ਪਰ ਬੱਚਿਓ ਇਹ ਮੈਂ ਵੈਸੇ ਲੈਸਨ ਨਾਲ ਜੁੜੀ ਗੱਲ ਨਹੀਂ ਹੈਗੀ, ਪਰ ਇਹ ਪੱਛਮੀ ਦੁਨੀਆ ਨੂੰ ਤਬਾਹ ਕਰਨ ਵਾਲੀ ਚੀਜ਼ ਹੈ ਕ੍ਰੈਡਿਟ ਕਾਰਡ। ਲੋਕੀ ਬੜੇ ਸਾਰੇ ਲੱਖਾਂ ਦੀ ਗਿਣਤੀ 'ਚ ਕੰਗਾਲ ਹੋ ਗਏ ਕ੍ਰੈਡਿਟ ਕਾਰਡ ਕਰਕੇ। ਤੁਹਾਨੂੰ ਪਤਾ ਬੱਚੇ ਮੇਰੇ ਕੋਲ ਕ੍ਰੈਡਿਟ ਕਾਰਡ ਨਹੀਂ ਹੈਗਾ, ਅੱਜ ਤੱਕ ਮੈਂ ਕ੍ਰੈਡਿਟ ਕਾਰਡ ਨਹੀਂ ਲਿਆ। ਅਮਰੀਕਾ 'ਚ ਜਿਹੜੇ ਸਿਆਣੇ ਲੋਕ ਨੇ, ਜਿਹੜੇ ਸੂਝਵਾਨ ਲੋਕ ਨੇ ਅਮਰੀਕਨ, ਜਿਹਨਾਂ ਦੀ ਗਿਣਤੀ ਬੜੀ ਘੱਟ ਹੈ, ਉਹ ਆਪਣੇ ਕੋਲ ਕ੍ਰੈਡਿਟ ਕਾਰਡ ਬਿਲਕੁਲ ਨਹੀਂ ਰੱਖਦੇ। ਇੰਡੀਆ 'ਚ ਜਿਹੜੇ ਬੰਦੇ ਸਿਆਣੇ ਨੇ, ਜਿਹੜੇ ਬਹੁਤ ਸੂਝਵਾਨ ਨੇ, ਉਹ ਬਿਲਕੁਲ ਕ੍ਰੈਡਿਟ ਕਾਰਡ ਨਹੀਂ ਰੱਖਦੇ। ਇਹ ਕ੍ਰੈਡਿਟ ਕਾਰਡ ਐਸੇ ਤੋਂ ਚੁੱਕਾ ਹੈ, ਜਿਹਦੇ ਕੋਲ ਕ੍ਰੈਡਿਟ ਕਾਰਡ ਹੈ ਉਹ ਬੰਦਾ ਆਮ ਬੰਦੇ ਨਾਲੋਂ ਜ਼ਿਆਦਾ ਸ਼ਾਪਿੰਗ ਕਰਦਾ ਹੈ, ਉਹ ਜ਼ਿਆਦਾ ਖਰਚਾ ਕਰਦਾ ਹੈ। ਇਹ ਇੱਕ ਮਨੋਵਿਗਿਆਨਿਕ ਤਰੀਕਾ ਹੈਗਾ। ਸੋ ਕ੍ਰੈਡਿਟ ਕਾਰਡ ਦੇ ਚੱਕਰ 'ਚ ਤੁਸੀਂ ਨਾ ਪਿਓ। ਮੈਂ ਤਾਂ ਇਹੀ ਸਲਾਹ ਦੇਵਾਂਗਾ, ਹਾਲੇ ਤੁਸੀਂ ਛੋਟੇ ਹੋ ਵੈਸੇ। ਇੱਕ ਤਾਂ ਹੈ ਕਿ ਤੁਸੀਂ ਤਜਰਬੇ ਨਾਲ ਸਿੱਖੋਗੇ ਜਾਂ ਕਿਸੇ ਦੇ ਕਹੇ ਗੱਲ ਮੰਨੋਗੇ, ਠੀਕ ਹੈ, ਉਹ ਤੁਹਾਡੀ ਮਰਜ਼ੀ ਹੈ। ਪਰ ਮੈਂ ਤੁਹਾਨੂੰ ਇਹ ਹੁਣੀ ਅਗਾਹ ਕਰ ਦੇਵਾਂ, ਇਹ ਚੀਜ਼ਾਂ ਬੜੀਆਂ ਦਿਲ ਖਿੱਚਵੀਆਂ ਹੁੰਦੀਆਂ ਨੇ, ਪਰ ਇਹਦੀ ਕੀਮਤ ਬੜੀ ਮਹਿੰਗੀ ਤਾਰਨੀ ਪੈਂਦੀ ਹੈ। ਮੈਂ ਬੜੇ ਬੰਦੇ ਦੇਖੇ ਨੇ, ਉਹ ਤਨਖਾਹ ਹੁੰਦੀ 20,000 ਤੇ ਖਰਚ ਕਰ ਬੈਠਦੇ ਨੇ 40,000, ਫਿਰ ਲੁੱਟੇ ਪੁੱਟੇ ਜਾਂਦੇ ਨੇ। ਠੀਕ ਹੈ, ਸੋ ਇਸ ਤਰ੍ਹਾਂ ਦੀ ਕਹਾਣੀਆਂ ਲੱਖੋਂ ਨੇ ਜਿਹੜੀ ਕ੍ਰੈਡਿਟ ਕਾਰਡ ਦੇ ਫਰਾਡ ਦੇ ਉੱਤੇ ਹੁੰਦੀਆਂ ਨੇ। ਸੋ ਦੀ ਬੈਂਕ ਆਲਸੋ ਇਸ਼ੂਜ਼ ਅ ਕ੍ਰੈਡਿਟ ਕਾਰਡ ਵਿਦ ਵਿਚ ਵੀ ਕੈਨ ਟ੍ਰਾਂਸਫਰ ਮਨੀ ਟੂ ਮੇਕ ਪੇਮੈਂਟਸ। ਅਸੀਂ ਬੈਂਕ ਟੂ ਬੈਂਕ ਟ੍ਰਾਂਸਫਰ ਜਾਂ ਕਿਸੇ ਨੂੰ ਪੇਮੈਂਟ ਦੇਣੀ ਉੱਦਾਂ ਵੀ ਕਰ ਸਕਦੇ ਹਾਂ ਅਤੇ ਪੈਸੇ ਦਿੱਤੇ ਜਾ ਸਕਦੇ ਨੇ। ਪਰ ਅੱਜ ਕੱਲ੍ਹ ਬੱਚੇ ਹੁਣ ਲੈਸਨ ਤੁਹਾਡਾ ਲੱਗਦਾ ਪੁਰਾਣਾ ਹੈ, ਅੱਜ ਕੱਲ੍ਹ ਹੋਰ ਸਾਧਨ ਬੜੇ ਆ ਗਏ ਨੇ, ਹੁਣ ਐਪਸ ਆ ਗਈਆਂ ਨੇ ਅਤੇ ਕ੍ਰੈਡਿਟ ਕਾਰਡ ਤੋਂ ਬਿਨਾਂ ਵੀ ਪੈਸੇ ਜਿਹੜੇ ਨੇ ਜਮ੍ਹਾਂ ਉਹ ਕਰਾਏ ਜਾ ਸਕਦੇ ਨੇ। ਤੁਸੀਂ ਅੱਜ ਕੱਲ੍ਹ ਉਹ ਜਿਹਨੂੰ ਅਸੀਂ ਕਹਿੰਦੇ ਵਾਲਟ ਹੁੰਦੇ ਨੇ, ਪੇਟੀਐਮ ਵਾਲਟ ਹੈਗੇ ਨੇ, ਜਾਂ ਕਈ ਵਾਲਟ ਕੰਪਨੀਆਂ ਨੇ ਬਣਾਏ, ਆਪਣਾ ਬੈਂਕਾਂ ਨੇ ਬਣਾਏ ਹੋਏ ਨੇ, ਉਹ 'ਚ ਕ੍ਰੈਡਿਟ ਕਾਰਡ ਨਾ ਵੀ ਹੋਵੇ ਤਾਂ ਵੀ ਤੁਸੀਂ ਇਸ ਤਰ੍ਹਾਂ ਪੇਮੈਂਟ ਜਿਹੜੀ ਹੈ ਉਹ ਕਰ ਸਕਦੇ ਹੋ। ਠੀਕ ਹੈ, ਉਹ ਨਵੀਂ ਚੀਜ਼ ਹੈ, ਕਿਉਂਕਿ ਹੋ ਸਕਦਾ ਤੁਹਾਡੀ ਕਿਤਾਬ ਹੈ ਪੁਰਾਣੀ ਛਪੀ ਹੋਈ ਹੈ, ਉਸ ਵੇਲੇ ਇਹ ਚੀਜ਼ਾਂ ਹਾਲੇ ਨਹੀਂ ਆਈਆਂ ਸੀ, ਇਸ ਕਰਕੇ ਉਹਦਾ ਜ਼ਿਕਰ ਨਹੀਂ ਹੈਗਾ। ਪਰ ਤੁਸੀਂ ਵੀ, ਮੈਨੂੰ ਯਕੀਨ ਹੈ ਕਿ ਇੰਨੇ ਸਿਆਣੇ ਹੋਵੋਗੇ ਕਿ ਇਹ ਲੈਸਨ ਪੜ੍ਹਦੇ ਪੜ੍ਹਦੇ ਤੁਸੀਂ ਸੋਚ ਰਹੇ ਹੋਵੋਗੇ ਵੀ ਅੱਜ ਕੱਲ੍ਹ ਤਾਂ ਹੋਰ ਵੀ ਐਡਵਾਂਸ ਹੋ ਗਿਆ ਪੈਸੇ ਸਿਸਟਮ ਦੇਣ ਦਾ। ਠੀਕ ਹੈ, ਸੋ ਅੱਗੇ ਦੇਖੋ, ਕਹਿੰਦੇ ਐਜ਼ ਆਈ ਡਿਡ ਇਨ ਦਾ ਮੋਰਨਿੰਗ। ਉਹ ਫਿਰ ਕਹਿੰਦੇ ਦੇਖਿਆ ਵੀ ਜਿੱਦਾਂ ਮੈਂ ਪੈਸੇ ਸਵੇਰੇ ਦਿੱਤੇ ਸੀਗੇ ਘਰ ਬੈਠੇ, ਬਿਜਲੀ ਦਾ ਬਿੱਲ ਦਿੱਤਾ ਸੀਗਾ, ਉਸੀ ਤਰ੍ਹਾਂ ਤੁਸੀਂ ਘਰ ਬੈਠੇ ਪੈਸੇ ਇੱਦਾਂ ਦੇ ਸਕਦੇ ਹੋ। ਹੁਣ ਬੱਚਾ ਦੇਖੋ ਇਹਦਾ ਫਾਇਦਾ ਕੀ ਹੈ, ਮੈਂ ਵੀ ਬਿਜਲੀ ਦਾ ਬਿੱਲ ਦੇ ਸਕਦਾ, ਪਰ ਮੈਂ ਬਿਜਲੀ ਦਾ ਬਿੱਲ ਇੱਦਾਂ ਨਹੀਂ ਦਿੰਦਾ, ਮੈਂ ਹਾਲੇ ਵੀ ਇੱਦਾਂ ਦਿੰਦਾ। ਪਤਾ ਕਿਉਂ? ਇਹਦੇ ਹੋਰ ਕੀ ਤਰੀਕੇ ਨੇ, ਖੈਰ ਮੇਰੀ ਆਪਣੀ ਸੋਚ ਹੈਗੀ ਹੈ। ਮੈਂ ਕਹਿੰਦਾ ਇਸੀ ਬਹਾਨੇ ਮੈਂ ਜਿਲੇ ਬਿਜਲੀ ਦੇ ਆਫਿਸ ਜਾਂਦਾ, ਮੈਂ ਤੁਰ ਕੇ ਜਾਂਦਾ ਅਤੇ ਮੇਰੀ 1.5-2 ਕਿਲੋਮੀਟਰ ਦੀ ਸੈਰ ਹੋ ਜਾਂਦੀ ਹੈ। ਅਤੇ ਇਸ ਕਰਕੇ ਇੱਕ ਇਹ ਵੀ ਤਰੀਕਾ ਹੈ ਕਿ ਇਹ ਜਿਹੜੀ ਚੀਜ਼ਾਂ ਨੇ ਤੁਹਾਡੀਆਂ, ਜਿੰਨੀਆਂ ਵੀ ਸਹੂਲਤਾਂ ਨੇ, ਇਹ ਤੁਹਾਡੇ ਬਹੁਪੱਖੀ ਨੁਕਸਾਨ ਕਰਦੀਆਂ। ਇਹਨਾਂ ਬੰਦਾ ਬੜਾ ਆਰਾਮ ਪ੍ਰਸਤ ਹੋ ਜਾਂਦਾ ਹੈ ਵੀ ਕਹਿੰਦੇ ਘਰ ਬੈਠੇ ਕੰਮ ਕਰ ਲਓ, ਕੀ ਲੋੜ ਹੈਗੀ ਜਾਣ ਦੀ। ਪਰ ਮੈਂ ਸਾਰੇ ਜਿੰਨੇ ਮੇਰੇ ਬਿੱਲ ਹੈਗੇ ਨੇ, ਉਹ ਮੈਂ ਹਾਲੇ ਵੀ ਜਿਹੜਾ ਟ੍ਰੈਡੀਸ਼ਨਲ ਮੈਥਡ ਹੈ ਉਹਦੇ ਰਾਹੀਂ ਮੈਂ ਕਰਦਾ। ਸੋ ਖੈਰ ਉਹ ਆਪਣਾ ਆਪਣਾ ਬੰਦੇ ਦਾ ਲੋੜ ਦੇ ਅਨੁਸਾਰ, ਜਿੱਦਾਂ ਉਹਦੀ ਕਿਸ ਕਿਸਮ ਦਾ ਕੰਮ ਕਰਦਾ ਹੈ, ਉਹ ਕਿੰਨਾ ਟਾਈਮ ਹੈਗਾ। ਹੁਣ ਮੇਰੇ ਕੋਲ ਤਾਂ ਖੁੱਲ੍ਹਾ ਟਾਈਮ ਹੁੰਦਾ ਅਤੇ ਇਸ ਕਰਕੇ ਮੈਂ ਕੀ ਕਰਦਾ, ਮੈਂ ਆਪ ਬਿੱਲ ਤਾਰਨ ਜਾਂਦਾ। ਠੀਕ ਹੈ, ਸੋ ਉਹ ਲਾਗੇ ਹੈਗਾ, ਇਸੀ ਬਹਾਨੇ ਕਿਲੋਮੀਟਰ 1.5 ਕਿਲੋਮੀਟਰ ਦੀ ਸੈਰ ਹੋ ਜਾਂਦੀ ਹੈ। ਸੋ ਇਸ ਤਰ੍ਹਾਂ ਵੀ ਤੁਸੀਂ ਇਹ ਚੀਜ਼ਾਂ ਬੜੀਆਂ ਕਰ ਸਕਦੇ ਹੋ, ਬਹੁਤ। ਮਤਲਬ ਕਿ ਮੈਂ ਇਹ ਕਹਾਂਗਾ ਜਿੰਨੀ ਵੀ ਸਾਇੰਸ ਦੀ ਸਹੂਲਤ ਨਾਲ ਆਉਂਦੀ ਹੈ, ਉਹਦੇ ਪੈਰਲਲ ਕੋਈ ਜ਼ਿੰਮੇਵਾਰੀ ਵੀ ਨਾਲ ਆਉਂਦੀ ਹੈ, ਉਹਦੇ ਨਾਲ ਇੱਕ ਜ਼ਿੰਮੇਵਾਰੀ ਵੀ ਆਉਂਦੀ ਹੈ। ਮੈਨੂੰ ਯਾਦ ਹੈ ਸਾਡੇ ਸ਼ਿਪ 'ਤੇ ਇੰਨੀਆਂ ਚੀਜ਼ਾਂ, ਇੰਨੇ ਗੈਜਟਸ ਨੇ, ਉਹ 'ਤੇ ਲਿਖਿਆ ਹੁੰਦਾ ਹੈ ਕਿ ਇਹ ਚੀਜ਼ਾਂ ਨੂੰ ਬੜੀ ਸਾਵਧਾਨੀ ਨਾਲ ਵਰਤਣਾ ਹੈ, ਇਹਦੀਆਂ ਲਿਮਿਟੇਸ਼ਨਸ ਹੈਗੀਆਂ ਨੇ। ਜੇ ਤੁਸੀਂ ਚੀਜ਼ਾਂ ਨੂੰ ਅੰਨ੍ਹੇਵਾਹ ਵਰਤਿਆ ਤਾਂ ਇਹਦਾ ਇਹ ਖਤਰਾ ਹੈਗਾ। ਅਤੇ ਜਦੋਂ ਅਸੀਂ ਇਕੁਇਪਮੈਂਟ ਵੀ ਵਰਤਦੇ ਹਾਂ ਵਾਲੀਆਂ, ਉਹਦੇ ਨਾਲ ਉਹਨੇ ਦੱਸਿਆ ਇਹਦੇ ਇਹ ਐਰਰ ਨੇ, ਇਹ ਇਕੁਇਪਮੈਂਟ ਇਹ ਕਰ ਸਕਦੀ, ਇਹ ਨਹੀਂ ਕਰ ਸਕਦੀ। ਅਤੇ ਉਹਦੇ ਨਾਲ ਇੱਕ ਇਹ ਵੀ ਲਿਖਿਆ ਹੁੰਦਾ ਹੈ ਵੀ ਜੇ ਜਹਾਜ਼ ਦਾ ਐਕਸੀਡੈਂਟ ਹੋ ਗਿਆ ਅਤੇ ਤੁਸੀਂ ਇਹ ਬਹਾਨਾ ਨਹੀਂ ਲਾ ਸਕਦੇ ਕਿ ਤੁਸੀਂ ਇਹ ਯੰਤਰ ਵਰਤਿਆ ਤਾਂ ਐਕਸੀਡੈਂਟ ਹੋਇਆ ਹੈ, ਜ਼ਿੰਮੇਵਾਰੀ ਤੁਹਾਡੀ ਹੋਏਗੀ। ਮਤਲਬ ਕਿ ਅਸੀਂ ਦੇਖ ਲਓ ਕਿੰਨੀ ਅਜੀਬ ਗੱਲ ਹੈ, ਯੰਤਰ ਸਾਰੇ ਜਹਾਜ਼ 'ਤੇ ਫਿੱਟ ਹੈਗੇ ਨੇ, ਪਰ ਅਸੀਂ ਅਕਲ ਆਪਣੀ ਵਰਤਣੀ ਹੈ ਜਹਾਜ਼ ਨੂੰ ਚਲਾਉਣ ਲਈ। ਉਹ ਯੰਤਰ ਅਸੀਂ ਆਪਣੇ ਹੱਕ 'ਚ ਵਰਤਣਾ। ਅਸੀਂ ਇਹ ਬਹਾਨਾ ਨਹੀਂ ਲਾ ਸਕਦੇ ਕਿ ਇਹ ਮੈਂ ਯੰਤਰ ਵਰਤਿਆ ਤਾਂ ਐਕਸੀਡੈਂਟ ਹੋ ਗਿਆ ਅਤੇ ਯੰਤਰ ਵਿੱਚ ਕੋਈ ਗੜਬੜ ਹੈਗੀ ਹੈ, ਇਹ ਇਕੁਇਪਮੈਂਟ 'ਚ ਕੋਈ ਗੜਬੜ ਹੈਗੀ, ਨਹੀਂ, ਇੱਦਾਂ ਨਹੀਂ। ਤੋ ਇਹ ਜਿਹੜੀ ਚੀਜ਼ ਹੈਗੀ ਹੈ, ਸੋ ਫਾਈਨਲੀ ਜਿਹੜਾ ਡਿਸੀਜਨ ਹੈ, ਜੋ ਵਿਵੇਕ ਬੁੱਧ ਹੈਗੀ ਹੈ, ਦਿਮਾਗ ਅਸੀਂ ਆਪਣਾ ਵਰਤਣਾ। ਚੀਜ਼ਾਂ ਬਾਜ਼ਾਰ 'ਚ ਬੜੀਆਂ, ਦੁਨੀਆ ਦੇ ਮੇਲੇ 'ਚ ਬੜਾ ਕੁਝ ਵਰਤਣ ਨੂੰ ਹੈਗਾ, ਅਤੇ ਅਸੀਂ ਦੇਖਣਾ ਅਸੀਂ ਕਿਹੜੀ ਚੀਜ਼ ਕਿਸ ਹੱਦ ਤੱਕ ਆਪਣੀ ਲੋੜ ਦੇ ਹਿਸਾਬ ਨਾਲ ਵਰਤਣੀ ਹੈ। ਠੀਕ ਹੈ, ਇੱਕ ਬੰਦੇ ਨੇ ਲਿਖਿਆ ਸੀਗਾ ਕਿ ਡੂ ਨਾਟ ਬਿਕਮ ਦਾ ਟੂਲ ਆਫ ਟੂਲਸ। ਇਹਦਾ ਮਤਲਬ ਹੈਗਾ ਸੰਦ ਦੇ ਸੰਦ ਨਾ ਬਣੋ, ਅਰਥਾਤ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਆਪਣੇ ਲਈ ਵਰਤੋ,
ਇਹ ਨਾ ਹੋਵੇ ਕਿ ਚੀਜ਼ਾਂ ਤੁਹਾਨੂੰ ਵਰਤਣ ਲੱਗ ਜਾਣ, ਵੀ ਤੁਸੀਂ ਚੀਜ਼ਾਂ ਦੇ ਗੁਲਾਮ ਨਹੀਂ ਹੋਣਾ, ਚੀਜ਼ਾਂ ਨੂੰ ਤੁਸੀਂ ਆਪਣਾ ਗੁਲਾਮ ਬਣਾਉਣਾ ਹੈ। ਸੋ ਇਹ ਜਿਹੜੀ ਚੀਜ਼ ਹੈ ਇਹ ਸਿਆਣਪ ਨਾਲ ਆਉਂਦੀ ਹੈ, ਤਜਰਬੇ ਨਾਲ ਆਉਂਦੀ ਹੈ, ਤੇ ਇਹਦੇ ਬਾਰੇ ਬੜਾ ਜਾਗਰੂਕ ਰਹਿਣਾ ਚਾਹੀਦਾ ਸਾਨੂੰ, ਠੀਕ ਹੈ। ਸੋ ਦੀ ਬੈਂਕ ਪ੍ਰੋਵਾਈਡਸ ਅਸ ਅ ਲੋਕਰ ਟੂ, ਲੋਕਰ ਹੁੰਦਾ ਬੱਚੋ ਇੱਕ ਹੈ ਮੈਟਲ ਦਾ, ਲੋਹੇ ਦਾ, ਬੜਾ ਸਖਤ ਜ਼ਬਰਦਸਤ ਤਾਲੇ ਹੁੰਦੇ ਨੇ, ਦੋ ਚਾਬੀਆਂ ਹੁੰਦੀਆਂ, ਇੱਕ ਚਾਬੀ ਬੈਂਕ ਵਾਲੇ ਕੋਲ ਹੁੰਦੀ ਹੈ, ਇੱਕ ਚਾਬੀ ਤੁਹਾਡੇ ਕੋਲ ਹੋਏਗੀ, ਤੇ ਜਦ ਤੱਕ ਦੋਨੋਂ ਚਾਬੀਆਂ ਨਹੀਂ ਲੱਗਣੀਆਂ ਤਦ ਤੱਕ ਹੈ ਲੋਕਰ ਨਹੀਂ ਖੁੱਲਦਾ। ਇਹਦਾ ਕਿਰਾਇਆ ਲੈਂਦੇ ਨੇ ਉਹ ਬੈਂਕ ਵਾਲੇ, ਉਹਨਾਂ ਨੇ ਬੜਾ ਸੋਲਿਡ ਉਹ ਬਿਲਡਿੰਗ ਦਾ ਹਿੱਸਾ ਜਿਹੜਾ ਬੈਂਕ ਦਾ, ਬੜਾ ਉਹਦੀ ਕੰਧਾਂ ਵੀ ਬੜੀਆਂ ਮੋਟੀਆਂ ਹੁੰਦੀਆਂ, ਉਹ 'ਚ ਕੈਮਰੇ ਹੁੰਦੇ ਨੇ, ਅਲਾਰਮ ਹੁੰਦੇ ਨੇ, ਬੜਾ ਕੁਛ ਉਹਨਾਂ ਨੇ ਜੁਗਾੜ ਕੀਤਾ ਹੁੰਦਾ, ਠੀਕ ਹੈ। ਤੇ ਇਹ ਲੋਕਰ ਦਾ ਕੀ ਮਤਲਬ ਹੈਗਾ ਵੀ ਘਰ ਵਿੱਚ ਤੁਹਾਡੇ ਕੋਈ ਬੜੇ ਕੀਮਤੀ ਕਾਗਜ਼ਾਤ ਨੇ, ਤੁਹਾਨੂੰ ਡਰ ਹੈ ਵੀ ਕੋਈ ਚੋਰੀ ਨਾ ਹੋ ਜਾਣ, ਜਾਂ ਤੁਹਾਨੂੰ ਡਰ ਹੈ ਕਿਤੇ ਅੱਗ ਲੱਗ ਕੇ ਸੜ ਨਾ ਜਾਣ, ਕੋਈ ਪਲਾਟ ਦੀ ਰਜਿਸਟਰੀ ਹੈ, ਜਾਂ ਘਰ 'ਚ ਕਈ ਲੋਕਾਂ ਨੇ ਗਹਿਣੇ ਰੱਖੇ ਹੁੰਦੇ ਨੇ, ਸੋਨਾ ਹੁੰਦਾ ਹੈ, ਹੀਰੇ ਹੁੰਦੇ ਨੇ ਜਿਨ੍ਹਾਂ ਦੀ ਬੜੀ ਕੀਮਤ ਹੁੰਦੀ ਹੈ। ਸੋ ਇਸ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਨੇ, ਜਿਹੜੀ ਕੀਮਤੀ ਹੈਗੀਆਂ ਨੇ, ਵੈਲਿਊਏਬਲਸ ਇਹਨੂੰ ਕਹਿੰਦੇ ਨੇ, ਵੈਲਿਊਏਬਲਸ, ਉਹ ਵੀ ਰੱਖਣ ਲਈ ਬੈਂਕ ਸਾਨੂੰ ਲੋਕਰ ਦਿੰਦਾ, ਅਤੇ ਉਹਦਾ ਸਾਲ ਦਾ ਉਹ ਕਿਰਾਇਆ ਲੈਂਦਾ, ਕਿਉਂਕਿ ਤੁਹਾਡੀ ਹਿਫਾਜ਼ਤ ਲਈ ਉਹਨੇ ਚੀਜ਼ ਆਪਣੀ ਥਾਂ ਉਹਨੇ ਤੁਹਾਨੂੰ ਦਿੱਤੀ ਹੈ, ਉਹ 'ਤੇ ਉਹ ਕੇਅਰ ਕਰ ਰਿਹਾ, ਅਤੇ ਇਸ ਕਰਕੇ ਉਹਦਾ ਕਿਰਾਇਆ ਦੇਣਾ ਪੈਂਦਾ। ਸੋ ਇਹ ਜਿਹੜੀ ਚੀਜ਼ ਹੈ ਇਹ ਵੀ ਬੈਂਕ ਸਾਨੂੰ ਪ੍ਰੋਵਾਈਡ ਕਰਦਾ, ਦੀ ਬੈਂਕ ਪ੍ਰੋਵਾਈਡਸ ਅਸ ਅ ਲੋਕਰ। ਹੁਣ ਤੁਸੀਂ ਦੇਖੋ ਕਿ ਬੈਂਕਾਂ ਦੇ ਬਾਹਰ ਲਿਖਿਆ ਹੁੰਦਾ ਹੈ ਲੋਕਰ ਉਪਲਬਧ ਹਨ, ਜਾਂ ਲੋਕਰਸ ਆਰ ਅਵੇਲੇਬਲ, ਵੀ ਇੱਥੇ ਸਾਡੇ ਬੈਂਕ 'ਚ ਲੋਕਰ ਹੈ, ਜੇ ਚਾਹੀਦਾ ਤਾਂ ਤੁਸੀਂ ਇਹਨੂੰ ਲੈ ਸਕਦੇ ਹੋ, ਠੀਕ ਹੈ। ਸੋ ਇਹ ਸਾਡੇ ਜਿਹੜੇ ਕੀਪ ਅਵਰ ਵੈਲਿਊਏਬਲਸ, ਕੀਮਤੀ ਚੀਜ਼ਾਂ ਰੱਖਣ ਲਈ ਲੋਕਰ ਵੀ ਵਰਤੇ ਜਾਂਦੇ ਹਨ, ਠੀਕ ਹੈ। ਆਓ ਅੱਗੇ ਦੇਖੀਏ, ਹਾਊ ਕੈਨ ਆਈ ਓਪਨ ਐਨ ਅਕਾਊਂਟ ਇਨ ਦੀ ਬੈਂਕ। ਹੁਣ ਅਮਨ ਨੇ ਅਗਲਾ ਸਵਾਲ ਕੀਤਾ ਕਿ ਮੈਂ ਬੈਂਕ ਵਿੱਚ ਆਪਣਾ ਅਕਾਊਂਟ ਕਿਵੇਂ ਖੋਲ੍ਹ ਸਕਦਾ ਹਾਂ। ਆਓ ਅੱਗੇ ਚਲੀਏ। ਓਕੇ, ਹੁਣ ਸਾਡਾ ਆਖਰੀ ਬੱਚਿਓ ਹੈ ਸਲਾਈਡ ਆ ਗਈ ਹੈ। ਯੂ ਕੈਨ ਓਪਨ ਐਨ ਅਕਾਊਂਟ, ਤੂੰ ਖਾਤਾ ਖੋਲ੍ਹ ਸਕਦਾ ਹੈ, ਬਾਈ ਪ੍ਰੋਵਾਈਡਿੰਗ, ਪ੍ਰਦਾਨ ਕਰਕੇ, ਉਹਨਾਂ ਨੂੰ ਦੇ ਕੇ, ਬੈਂਕ ਵਾਲਿਆਂ ਨੂੰ ਕੀ, ਐਨ ਆਈਡੈਂਟੀਟੀ ਪ੍ਰੂਫ, ਆਪਣੀ ਸ਼ਨਾਖਤ ਦਾ ਸਬੂਤ ਦੇ ਕੇ ਵੀ ਤੂੰ ਕੌਣ ਹੈ। ਮਤਲਬ ਕਿ ਜਿੱਦਾਂ ਤੁਹਾਡਾ ਡਰਾਈਵਿੰਗ ਲਾਇਸੈਂਸ ਹੋ ਗਿਆ, ਲਾਈਕ ਆਧਾਰ ਕਾਰਡ, ਤੁਹਾਡਾ ਆਧਾਰ ਕਾਰਡ ਹੋ ਗਿਆ, ਜਾਂ ਇਲੈਕਸ਼ਨ ਕਾਰਡ ਹੋ ਗਿਆ, ਜੇ ਤੇ ਤੁਹਾਡਾ ਘਰ ਦਾ ਪਤਾ ਹੋਵੇ, ਤੁਹਾਡਾ ਨਾਂ ਹੋਵੇ, ਤੁਹਾਡੀ ਫੋਟੋ ਹੋਵੇ, ਐਂਡ ਯੂਅਰ ਲੇਟੈਸਟ ਫੋਟੋਗ੍ਰਾਫ, ਨਾਲ ਅਜੋਕੀ ਫੋਟੋ, ਅੱਜ ਕੱਲ੍ਹ ਦੀ ਫੋਟੋ, ਇਹ ਨਹੀਂ ਕਿ 10 ਸਾਲ 20 ਸਾਲ ਪੁਰਾਣੀ ਫੋਟੋ ਦੇ ਦਿੱਤੀ, ਮਤਲਬ ਕਿ ਪਿਛਲੇ ਕੁਝ ਹਫ਼ਤਿਆਂ ਦੀ, ਪਿਛਲੇ ਕੁਝ ਮਹੀਨਿਆਂ ਦੀ ਫੋਟੋ, ਜਿਹੜੀ ਤੁਹਾਡੀ ਸ਼ਕਲ ਦੇ ਨਾਲ, ਮੌਜੂਦਾ ਸ਼ਕਲ ਦੇ ਨਾਲ ਲਾਗੇ ਛਾਗੇ ਮੇਲ ਖਾਂਦੀ ਹੋਵੇ, ਠੀਕ ਹੈ। ਸੋ ਉਹਨੂੰ ਕਹਿੰਦੇ ਲੇਟੈਸਟ ਫੋਟੋਗ੍ਰਾਫ, ਮੈਨੇ ਅਜੋਕੀ ਫੋਟੋ ਨਾਲ ਦੇਵੋ, ਨਾਲ ਸ਼ਨਾਖਤੀ ਜਿਹੜਾ ਤੁਹਾਡਾ ਕਾਰਡ ਹੈਗਾ, ਸ਼ਨਾਖਤੀ ਕੋਈ ਪ੍ਰੂਫ ਹੈਗਾ, ਉਹਦੀ ਫੋਟੋਕਾਪੀ ਦੇ ਦਿਓ ਸਾਈਨ ਕਰਕੇ, ਅਤੇ ਬਾਕੀ ਜਿਹੜਾ ਫਾਰਮ ਹੋਏਗਾ ਬੈਂਕ ਦਾ ਭਰਨਾ, ਉਹ ਭਰ ਕੇ ਅਤੇ ਤੁਹਾਡਾ ਬੈਂਕ ਅਕਾਊਂਟ ਜਿਹੜਾ ਹੈ ਉਹ ਖੁੱਲ੍ਹ ਜਾਂਦਾ ਹੈ। ਫਿਰ ਅੱਗੇ ਅਮਨ ਕਹਿੰਦੇ ਪਾਪਾ ਆ ਬੈਂਕ ਰੀਅਲੀ ਹੈਲਪਸ ਅਸ ਅ ਲੋਟ, ਬੈਂਕ ਵਾਕਈ ਸਾਡੀ ਬਹੁਤ ਮਦਦ ਕਰਦਾ ਹੈ, ਆ ਲੋਟ ਮੈਨੇ ਬਹੁਤ, ਹੈਲਪਸ ਕਰਦਾ ਹੈ ਸਾਡੀ, ਰੀਅਲੀ ਮੈਨੇ ਵਾਕਈ ਸਾਡੀ, ਜਿਹੜੇ ਉਹਨੇ ਸਾਰੀ ਗੱਲਾਂ ਸਵਾਲਾਂ ਦੇ ਜਵਾਬ ਲੈ ਲਏ, ਅਤੇ ਉਹਨੇ ਇਹ ਸਿੱਟਾ ਕੱਢਿਆ, ਅਮਨ ਨੇ ਇਹ ਨਤੀਜਾ ਕੱਢਿਆ ਕਿ ਬੈਂਕ ਵਾਕਈ ਸਾਡੀ ਬਹੁਤ ਮਦਦ ਕਰਦਾ ਹੈ। ਫਿਰ ਫਾਦਰ ਨੇ ਕਿਹਾ, ਯੂ ਆਰ ਐਬਸੋਲਿਊਟਲੀ ਰਾਈਟ ਡੀਅਰ, ਪੁੱਤਰਾ ਤੂੰ ਬਿਲਕੁਲ ਸਹੀ ਕਿਹਾ। ਜਿੱਦਾਂ ਮਤਲਬ ਜੇ ਕੋਈ ਗੱਲ ਕਹੇ ਅਤੇ ਉਹ ਬਿਲਕੁਲ ਸਹੀ ਹੋਵੇ ਸੀਗੇ ਵੀ ਤੂੰ ਬਿਲਕੁਲ ਦਰੁਸਤ ਕਿਹਾ, ਤੂੰ ਬਿਲਕੁਲ ਠੀਕ ਕਹਿ ਰਿਹਾ, ਅਤੇ ਇੰਗਲਿਸ਼ ਵਿੱਚ ਅਸੀਂ ਕਹਿ ਦਿੰਦੇ ਹਾਂ ਯੂ ਆਰ ਐਬਸੋਲਿਊਟਲੀ ਰਾਈਟ, ਠੀਕ ਹੈ। ਹੁਣ ਤੁਸੀਂ ਇਹ ਗੱਲ ਯਾਦ ਰੱਖੀ ਜਾਓ, ਗੱਲਾਂ ਬਾਤਾਂ, ਇਹ ਹੁਣ ਕਨਵਰਸੇਸ਼ਨ ਸੀਗੀ ਨਾ, ਇਹ ਪਿਤਾ ਔਰ ਪੁੱਤਰ ਦੀ ਗੱਲਬਾਤ ਹੋ ਰਹੀ ਹੈ। ਹੁਣ ਤੁਹਾਨੂੰ ਇੱਧਰੋਂ ਪਤਾ ਲੱਗ ਜਾਏਗਾ ਵੀ ਜਿੱਦਾਂ ਗੱਲਬਾਤ ਹੁੰਦੀ ਹੈ ਬੋਲੀ ਵਿੱਚ ਕਿੱਦਾਂ ਕੀਤੀ ਜਾਂਦੀ ਹੈ। ਹੁਣ ਕਿੰਨੀ ਗੱਲਾਂ ਦੇਖੋ, ਆਫ ਕੋਰਸ, ਫਿਰ ਯੂ ਆਰ ਐਬਸੋਲਿਊਟਲੀ ਆਲ ਰਾਈਟ, ਹੈ ਨਾ, ਹਾਊ ਕੈਨ ਵੀ ਵਿਡਰੋ ਆਵਰ ਮਨੀ, ਹਾਊ ਕੈਨ ਵੀ ਓਪਨ ਐਨ ਅਕਾਊਂਟ, ਸਵਾਲ ਕਿੱਦਾਂ ਪੁੱਛੇ ਜਾਂਦੇ ਨੇ, ਫਿਰ ਜਵਾਬ ਕਿੱਦਾਂ ਦਿੱਤੇ ਜਾਂਦੇ ਨੇ। ਇਹ ਜਿਹੜਾ ਲੈਸਨ ਹੈ ਇਹਨੂੰ ਬਾਰ-ਬਾਰ ਪੜ੍ਹੋ, ਇਹਦੇ ਨਾਲ ਤੁਹਾਨੂੰ ਅੰਗਰੇਜ਼ੀ ਵਿੱਚ ਗੱਲ ਕਿੱਦਾਂ ਕਰਨੀ ਹੈ ਨਾ, ਅਤੇ ਕਿੱਦਾਂ ਜਵਾਬ ਦੇਣਾ ਹੈ, ਕਿੱਦਾਂ ਆਪਣੀ ਸੰਵਾਦ ਰਚਾਉਣਾ ਹੈ, ਉਹਦੇ ਬਾਰੇ ਤੁਹਾਨੂੰ ਕੋਈ ਨਾ ਕੋਈ ਥੋੜ੍ਹੀ ਜ਼ਰੂਰ ਇੱਕ ਆਈਡੀਆ ਲੱਗ ਜਾਏਗਾ ਵੀ ਕਿਸ ਤਰ੍ਹਾਂ ਸਵਾਲ ਜਵਾਬ ਕੀਤੇ ਜਾਂਦੇ ਨੇ। ਸੋ ਪਿਆਰੇ ਵਿਦਿਆਰਥੀਓ, ਇਹਦੇ ਨਾਲ ਹੀ ਇਹ ਸਾਡਾ ਲੈਸਨ ਦੀ ਜੋ ਟਰਾਂਸਲੇਸ਼ਨ ਹੈ, ਰੀਡਿੰਗ ਹੈ, ਉਹ ਇੱਥੇ ਸਮਾਪਤ ਹੁੰਦੀ ਹੈ। ਮੈਂ ਆਸ ਕਰਦਾ ਵੀ ਤੁਸੀਂ ਸਾਰੀ ਗੱਲਾਂ ਜ਼ਰੂਰੀ ਨੋਟ ਕਰ ਲਈਆਂ ਹੋਣਗੀਆਂ ਅਤੇ ਤੁਹਾਨੂੰ ਲੈਸਨ ਚੰਗੀ ਤਰ੍ਹਾਂ ਸਮਝ ਆ ਗਿਆ ਹੋਏਗਾ। ਅਗਲੇ ਵੀਡੀਓਜ਼ ਵਿੱਚ ਇਸ ਲੈਸਨ ਨਾਲ ਜੁੜੀ ਜਿਹੜੀ ਐਕਸਰਸਾਈਜ਼ਜ਼ ਨੇ ਉਹ ਅਸੀਂ ਛੇਤੀ ਹੀ ਤੁਹਾਡੇ ਲਈ ਲੈ ਕੇ ਆਵਾਂਗੇ। ਤਦ ਤੱਕ ਲਈ ਗੁੱਡ ਬਾਏ, ਰੱਬ ਰਾਖਾ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ, ਗੋਡ ਬਲੈਸ ਯੂ ਆਲ।